ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋਮ ਕਰੀ ਵਖਿਆਨ। ਬੇਸ਼ੁਮਾਰ ਅਥਾਹ ਅਗੰਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਮੂਕ ਉਚਰੈ ਸ਼ਾਸਤਰ ਖਟ, ਮੂਕ ਉਚਰੈ ਸ਼ਾਸਤਰ ਖਟ। ਪਿੰਗ ਗਿਰਨ ਚੜ ਜਾਏ, ਅੰਤ ਲਖੈ ਪਤਰੋ ਸੁਨੈ। ਜੋ ਕਾਲ ਕਿਰਪਾ ਕਰਾਈ, ਬਖਸ਼ਿਓ ਮੇਰੇ ਸਤਿਗੁਰ ਜੀ। ਬਹੁਤੇ ਨੇ ਔਗਣ ਮੇਰੇ, 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 ਬਖਸ਼ਿਓ ਮੇਰੇ ਸਤਿਗੁਰ ਜੀ। ਬਹੁਤੇ ਨੇ, ਬਖਸ਼ਿਓ ਮੇਰੇ ਸਤਿਗੁਰ ਜੀ। ਬਹੁਤੇ ਨੇ ਔਗਣ ਮੇਰੇ, ਬਖਸ਼ਿਓ ਮੇਰੇ ਸਤਿਗੁਰ ਜੀ। ਬਹੁਤੇ ਨੇ ਔਗਣ ਮੇਰੇ, ਬਖਸ਼ਿਓ ਮੇਰੇ ਸਤਿਗੁਰ ਜੀ। ਬਹੁਤੇ ਨੇ ਔਗਣ ਮੇਰੇ,
ਵੇਖੈ ਬਿਖ ਖੈ ਮਾਇਆ ਮੋਹ ਪਰਨ ਪੈ ਫੂਲੇ ਸੁਤ ਦਾਰਾ ਸਿਉ ਪ੍ਰੀਤ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਇਹ ਮਿਲੰਤ ਜਮ ਤਰਾਸ ਮਿਟਾਏ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ ਬਹੁਤੇ ਨੇ ਅਵਗਣ ਬਹੁਤੇ ਨੇ ਅਵਗਣ ਮੇਰੇ 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 ਬਖਸ਼ਿਓ ਮੇਰੇ ਸਤਿਗੁਰ ਜੀ ਬਹੁਤੇ ਨੇ ਅਵਗਣ ਬਖਸ਼ਿਓ ਮੇਰੇ ਸਤਿਗੁਰ ਜੀ ਬਹੁਤੇ ਨੇ ਅਵਗਣ ਮੇਰੇ 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 ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਕਰੋ ਕਿਛ ਮੇਰੇ ਉਪਾਵੋ ਡੁੱਬਦੇ ਪੱਥਰ ਤਾਰ ਸਮੁੰਦ ਸਾਗਰ ਨੀਰ ਭਰਿਆ ਤੇਤੇ ਕਰੋ ਕਿਛ ਮੇਰੇ ਉਪਾਵੋ ਡੁੱਬਦੇ ਪੱਥਰ ਤਾਰ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਾਂ ਸਾਰੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਦਾ ਆਨੰਦ ਮਾਣ ਰਹੇ ਹਾਂ। ਮਹਾਰਾਜ ਜੀ ਨੇ ਹਰ ਸਾਲ ਦੀ ਤਰ੍ਹਾਂ ਪੰਜਾਬ ਟੈਕਸੀ ਸਟੈਂਡ ਸਮੂਹ ਬੱਸ ਸਰਵਿਸ ਸਾਰਿਆਂ ਦੇ ਸਹਿਯੋਗ ਦੇ ਨਾਲ ਜੋ ਕਿ ਸਰਬੱਤ ਦੇ ਭਲੇ ਵਾਸਤੇ ਆਪਣੇ ਕਾਰੋਬਾਰ ਦੇ ਭਲੇ ਵਾਸਤੇ ਤੰਦਰੁਸਤੀ ਵਾਸਤੇ ਰਲ ਮਿਲ ਕੇ ਉਪਰਾਲਾ ਕੀਤਾ ਹੈ। ਹਰ ਸਾਲ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਹਨ। ਇਸ ਵਾਰੀ ਸੁਖਮਨੀ ਸਾਹਿਬ ਜੀ ਦੇ ਬਾਣੀ ਦੇ ਜਾਪ ਕਰਵਾਏ ਗਏ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਹੋਈ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਭੋਗ ਪਿਆ ਹੈ। ਉਪਰੰਤ ਆਪਾਂ ਸਾਰਿਆਂ ਨੂੰ ਕੁਝ ਸਮਾਂ ਸਤਸੰਗ ਕਰਨ ਦਾ, ਗੁਰਬਾਣੀ ਦੀ ਵਿਚਾਰ ਕਰਨ ਦਾ ਪ੍ਰਾਪਤ ਹੋਇਆ ਹੈ। ਕੋਈ ਵੀ ਬੇਨਤੀ ਆਰੰਭ ਕਰਨ ਤੋਂ ਪਹਿਲਾਂ ਜਿੰਨੇ ਵੀ ਆਪ ਜੀ ਜੁੜ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠੇ ਹੋ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਨਾਅਰਾ ਸਾਰੇ ਰਲ ਮਿਲ ਕੇ ਬੁਲੰਦ ਕਰਕੇ ਸਭ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਭਾਗਾ ਸਮਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ ਤੇ ਜੇ ਸਮਾਂ ਪ੍ਰਾਪਤ ਹੋਇਆ ਫਿਰ ਹੁਣ ਬੇਨਤੀ ਇਹ ਹੈ, ਜੇ ਇੰਨਾ ਖਰਚਾ ਵੀ ਕੀਤਾ ਹੈ, ਸਮਾਗਮ ਵੀ ਕੀਤਾ ਹੈ, ਉਦਮ ਵੀ ਕੀਤਾ ਹੈ, ਤੇ ਫਿਰ ਕੁਛ ਨਾ ਕੁਛ ਖਟਣਾ ਵੀ ਚਾਹੀਦਾ ਜ਼ਰੂਰ।
ਜ਼ਰੂਰੀ ਨਹੀਂ ਹੁੰਦਾ ਵੀ ਪੰਡਾਲ ਭਰਿਆ ਹੋਵੇ, ਸੰਗਤ ਦਾ ਇਕੱਠ ਬਹੁਤ ਹੋਵੇ ਫਿਰ ਹੀ ਕੀਰਤਨ ਹੋ ਸਕਦਾ ਹੈ। ਮਹਾਰਾਜ ਦਾ ਆਪਣੀ ਬਾਣੀ ਦਾ ਵਚਨ ਹੈ, ਸੁਣਨ ਵਾਲਾ ਤੇ ਕੋਈ ਇੱਕ ਹੋਵੇ ਸੁਣਨ ਵਾਲਾ। ਬੜੀ ਖੁਸ਼ੀ ਦੀ ਗੱਲ ਹੈ। ਚਲੋ ਇਸ ਗੱਲ ਨੂੰ ਦੂਜੇ ਪਾਸੇ ਨਾ ਲੈ ਕੇ ਜਾਇਓ। ਜਿੱਥੇ ਆਪਾਂ ਸਾਰੇ ਬੈਠੇ ਹਾਂ, ਭਾਵੇਂ ਜੋ ਬਾਹਰ ਚੱਲ ਰਿਹਾ ਹੈ, ਇਹ ਕਾਰੋਬਾਰ ਹੈ ਆਪਣੇ ਸਾਰਿਆਂ ਦਾ। ਰੋਟੀ ਆਪਾਂ ਸਾਰੇ ਤੁਸੀਂ ਇੱਥੋਂ ਕਮਾ ਕੇ ਖਾਂਦੇ ਆ, ਸਾਡੀ ਆਹ ਰੋਟੀ ਹੈ, ਹੀਲਾ ਵਸੀਲਾ ਰੋਜੀ ਦਾ। ਪਰ ਇੱਕ ਉਦਾਹਰਨ ਤੌਰ ਤੇ ਮੈਂ ਤੁਹਾਨੂੰ ਬੇਨਤੀ ਲੱਗਾ ਕਰਨ, ਕੋਈ ਮਾਈਂਡ ਨਾ ਕਰਿਓ। ਇਹ ਤੇ ਉਹ ਗੱਲ ਹੈ ਜਿਵੇਂ ਅੱਜ ਦਾ ਮਾਹੌਲ ਬਣਿਆ ਹੋਇਆ ਹੈ, ਜਿਵੇਂ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਨਹੀਂ ਖਿੜ ਜਾਂਦਾ ਜੀ, ਜਿਵੇਂ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਖਿੜ ਜਾਂਦਾ ਹੈ, ਉਸੇ ਤਰ੍ਹਾਂ ਹੀ ਅੱਜ ਗੁਰੂ ਸਾਹਿਬ ਜੀ ਦਾ ਦਰਬਾਰ ਲੱਗਾ ਹੈ। ਆਪਾਂ ਸਾਰੇ ਜੁੜੇ ਬੈਠੇ ਹਾਂ। ਜੇ ਕੋਈ ਕਹਿੰਦਾ ਨਾ ਜੀ ਸਤਿਯੁਗ ਵੇਖਣਾ ਹੈ ਤੇ ਕਲਯੁਗ ਵੇਖਣਾ ਹੈ, ਕਲਯੁਗ ਕਿਹੋ ਜਿਹਾ ਹੁੰਦਾ, ਸਤਿਯੁਗ ਕਿਹੋ ਜਿਹਾ ਹੁੰਦਾ ਹੈ। ਬਹੁਤ ਵਾਰੀ ਆਪਾਂ ਗੱਲ ਸੁਣੀ ਹੋਏਗੀ ਸਤਿਯੁਗ ਦੇ ਬਾਰੇ, ਕਲਯੁਗ ਦੇ ਬਾਰੇ। ਬਹੁਤ ਬੰਦੇ ਗੱਲ ਕਹਿੰਦੇ ਆ ਜੀ ਹੁਣ ਕਲਯੁਗ ਚੱਲ ਰਿਹਾ ਹੈ, ਸਮਾਂ ਮਾੜਾ ਚੱਲ ਰਿਹਾ ਹੈ। ਪਰ ਗੁਰਬਾਣੀ ਅਨੁਸਾਰ ਜੇ ਵੇਖਿਆ ਜਾਵੇ, ਜਿੱਥੇ ਆਪਾਂ ਬੈਠੇ ਇੱਧਰ ਧਿਆਨ ਰੱਖਿਓ, ਜਿੰਨੇ ਤੁਸੀਂ ਬੈਠੇ ਹੋ। ਮੈਨੂੰ ਬੋਲਣ ਦਾ ਆਨੰਦ ਤਾਂ ਆਊਗਾ ਜੇ ਸੁਣੋਗੇ। ਜਦੋਂ ਮੈਨੂੰ ਲੱਗਣ ਲੱਗ ਪਿਆ ਨਾ ਤੁਹਾਡੇ ਮਨ ਅੱਕਣ ਲੱਗ ਪਿਆ, ਮੈਂ ਉਹਦੀ ਸਮਾਪਤੀ ਕਰ ਦੇਣੀ, ਬੰਨ੍ਹ ਕੇ ਨਹੀਂ ਬਿਠਾਉਂਦਾ। ਜਿੱਥੇ ਆਪਾਂ ਬੈਠੇ ਹਾਂ ਸਾਰੇ, ਅੱਛਾ ਮਨ ਵਿੱਚ ਇਹ ਗੱਲ ਹੁੰਦੀ ਹੈ ਵੀ ਸਤਿਯੁਗ ਦਾ ਸਮਾਂ ਕਿੱਦਾਂ ਦਾ ਹੋਊਗਾ। ਲੋਕੀ ਬੜੇ ਸੌਖੇ ਹੋਣਗੇ, ਉਦੋਂ ਬੜਾ ਆਨੰਦ ਮਾਣਦੇ ਹੋਣਗੇ, ਉਮਰਾਂ ਬਹੁਤ ਲੰਮੀਆਂ ਸੀ, ਸਿਹਤਾਂ ਬਹੁਤ ਵਧੀਆ ਸੀ, ਕਿਸੇ ਦਾ ਕੋਈ ਕਲੇਸ਼ ਨਹੀਂ ਸੀ ਹੁੰਦਾ, ਲੜਾਈ ਝਗੜਾ ਨਹੀਂ ਸੀ ਹੁੰਦਾ। ਇਹੀ ਕਹਿੰਦੇ ਸਤਿਯੁਗ ਬਾਰੇ ਨਾ ਜੀ। ਅੱਛਾ ਜੇ ਕਿਸੇ ਨੇ ਹੁਣ ਦੇ ਸਮੇਂ ਵਿੱਚ ਸਤਿਯੁਗ ਵੇਖਣਾ ਹੋਵੇ, ਹੁਣ ਵੀ ਦੇਖਿਆ ਜਾ ਸਕਦਾ ਹੈ। ਅੱਜ ਜਿੱਥੇ ਤੁਸੀਂ ਬੈਠੇ ਹੋ ਸਾਰੇ ਜਾਣੇ ਪੰਡਾਲ ਦੇ ਵਿੱਚ, ਸਤਿਯੁਗ ਤੇ ਕਲਯੁਗ ਦੋਵੇਂ ਇਸ ਟਾਈਮ ਇਕੱਠੇ ਵਰਤ ਰਹੇ ਆ। ਇੱਥੇ ਸਤਿਯੁਗ ਬਣਿਆ ਤੇ ਬਾਹਰ ਕਲਯੁਗ ਹੀ ਫਿਰਦਾ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਹ ਸਤਿਯੁਗ ਬਣਿਆ ਹੋਇਆ ਪੂਰਾ, ਇਹ ਸਤਿਯੁਗ ਹੀ ਆ ਬਸ। ਕਹੋ ਕਬੀਰੇ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਹੇ। ਕਿਸੇ ਨੇ ਭਗਤ ਕਬੀਰ ਸਾਹਿਬ ਜੀ ਨੂੰ ਸਵਾਲ ਕੀਤਾ, ਕਹਿੰਦੇ ਮਹਾਂਪੁਰਸ਼ੋ ਸੱਚਖੰਡ ਦੀ ਗੱਲ ਕਰਦੇ ਹੋ, ਸੱਚਖੰਡ ਵਿੱਚ ਜਾਣਾ ਹੈ, ਸੱਚਖੰਡ ਵਿੱਚ ਰੱਬ ਵਸਦਾ ਹੈ, ਸੱਚਖੰਡ ਵਸੇ ਨਿਰੰਕਾਰ, ਉਹ ਕਿੱਦਾਂ ਦਾ ਹੁੰਦਾ ਹੈ ਜੀ। ਭਗਤ ਕਬੀਰ ਸਾਹਿਬ ਨੂੰ ਕਹਿੰਦੇ ਐ ਸਾਨੂੰ ਸੱਚਖੰਡ ਦੇ ਦਰਸ਼ਨ ਕਰਵਾਓ। ਤੇ ਭਗਤ ਕਬੀਰ ਸਾਹਿਬ ਜੀ ਨੇ ਕਿੰਨਾ ਸੋਹਣਾ ਜਵਾਬ ਦਿੱਤਾ, ਕਹਿੰਦੇ ਦੁਨੀਆ ਦਾ ਸੱਚਖੰਡ ਹੈ ਸਾਧ ਸੰਗਤ। ਕਹੋ ਕਬੀਰੇ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਹੇ। ਕਹਿੰਦੇ ਆ ਸੱਚਖੰਡ ਹੀ ਹੈ, ਇਹ ਸਤਿਯੁਗ ਹੀ ਬਣਿਆ ਹੋਇਆ ਹੈ। ਤੇ ਜਿੱਥੇ ਆਪਾਂ ਇੰਨਾ ਉਦਮ ਕਰ ਰਹੇ ਹਾਂ ਤੁਸੀਂ ਸਾਰੇ ਜਾਣੇ, ਬਹੁਤ ਖੁਸ਼ੀ ਦੀ ਗੱਲ ਹੈ। ਥੋੜਾ ਜਿਹਾ ਟਿਕਾ ਬਣਾ ਕੇ ਨਿਗਾਹ ਇੱਧਰ ਰੱਖਿਓ। ਹੁਣ ਤੁਸੀਂ ਬੁਲਾਇਆ ਵੀ ਹੈ, ਖਰਚਾ ਵੀ ਕੀਤਾ, ਅਸੀਂ ਵੀ ਬੋਲਣਾ ਹੈ, ਜ਼ੋਰ ਵੀ ਲਾਉਣਾ ਹੈ। ਤੁਹਾਡੇ ਪੱਲੇ ਕੁਛ ਨਾ ਪਿਆ, ਸਾਡਾ ਬੋਲਿਆ ਕਿਸੇ ਅਰਥ ਨਹੀਂ। ਜਿੰਨੇ ਤੁਸੀਂ ਬੈਠੇ ਹੋ, ਭਾਵੇਂ ਇਦੋਂ ਵੀ ਅੱਧੇ ਹੋਵੋ, ਪਰ ਟਿਕ ਕੇ ਸੁਣ ਲਓ, ਕੁਛ ਪੱਲੇ ਪੈ ਜਾਏ। ਸਾਨੂੰ ਸੁਣਾਉਣ ਦਾ ਆਨੰਦ ਆਵੇ, ਤੁਹਾਨੂੰ ਸੁਣਨ ਦਾ। ਸਮੇਂ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸੱਚਖੰਡ ਜਾਣ ਲੱਗੇ ਆ ਨਾ ਜੀ, ਹਜ਼ੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਸੱਚਖੰਡ ਜਾਣ ਤੋਂ ਪਹਿਲਾਂ ਆਪਣੇ ਖਾਲਸੇ ਨੂੰ 52 ਬਚਨ ਲਿਖਾਏ ਸੀ। 52 ਬਚਨ ਅੱਜ ਵੀ ਮਿਲ ਜਾਂਦੇ ਆ। ਆਪਣੇ ਤੁਸੀਂ ਇੰਟਰਨੈਟ 'ਤੇ ਸਰਚ ਕਰਕੇ ਵੇਖੋ, 52 ਬਚਨ ਲਿਖੋ, ਉਹ ਪੂਰੀ ਲਿਸਟ ਤੁਹਾਡੇ ਮੂਹਰੇ ਆ ਜਾਏਗੀ। ਮਹਾਰਾਜ ਨੇ ਸੱਚਖੰਡ ਜਾਣ ਤੋਂ ਪਹਿਲਾਂ ਨਾ ਜੀ ਆਪਣੇ ਖਾਲਸੇ ਨੂੰ 52 ਬਚਨ ਲਿਖ ਕੇ ਦਿੱਤੇ ਸੀ ਵੀ ਖਾਲਸਾ ਜੀ ਆਹ ਬਚਨਾਂ 'ਤੇ ਪਹਿਰਾ ਦੇ ਚੱਲਿਓ, ਤੁਹਾਡਾ ਕੋਈ ਕੁਛ ਨਹੀਂ ਵਿਗਾੜ ਸਕਦਾ। ਅੱਛਾ ਉਹਨਾਂ 52 ਬਚਨਾਂ ਵਿੱਚੋਂ ਸਭ ਤੋਂ ਪਹਿਲਾ ਬਚਨ ਹੈ ਕਿਰਤ ਧਰਮ ਦੀ ਕਰਨੀ। ਜਿੰਨੇ ਤੁਸੀਂ ਬੈਠੇ ਹੋ ਤੁਹਾਡੇ 'ਚੋਂ ਕੋਈ ਅਣਜਾਣ ਨਹੀਂ ਹੋਏਗਾ, ਥੋੜ੍ਹਾ ਜਿਹਾ ਸਾਵਧਾਨ ਹੋ ਕੇ ਜਵਾਬ ਦਿਓ। ਜਦੋਂ ਆਪਾਂ ਗੁਰਦੁਆਰੇ ਜਾਂਦੇ ਹਾਂ, ਬਹੁਤ ਗੁਰਦੁਆਰਿਆਂ ਵਿੱਚ ਸਾਹਮਣੇ ਬੋਰਡ ਲੱਗਾ ਹੋਇਆ ਹੁੰਦਾ ਇੱਕ, ਉੱਥੇ ਕੀ ਲਿਖਿਆ ਹੁੰਦਾ? 3 ਗੱਲਾਂ ਲਿਖੀਆਂ ਹੁੰਦੀਆਂ ਨੇ ਜੀ। ਕਿਹੜੀਆਂ ਭਲਾ? ਕਿਰਤ ਕਰੋ, ਅੱਗੇ ਨਾਮ ਜਪੋ, ਤੇ ਤੀਜਾ ਵੰਡ ਛਕੋ। ਮਹਾਰਾਜ ਦਾ ਵਚਨ ਹੈ ਸਿੱਖ ਨੇ ਕਿਰਤ ਧਰਮ ਦੀ ਕਰਨੀ ਹੈ। ਤੇ ਯਾਦ ਰੱਖਿਓ ਧੰਦੇ ਤੇ ਕਿਰਤ ਵਿੱਚ ਫਰਕ ਹੁੰਦਾ ਹੈ।
ਧੰਦਾ ਹੋਰ ਚੀਜ਼ ਹੁੰਦੀ ਹੈ, ਕਿਰਤ ਹੋਰ ਚੀਜ਼ ਹੁੰਦੀ ਹੈ। ਧੰਦਾ ਉਹ ਹੁੰਦਾ ਜਿਹਦੇ ਵਿੱਚ ਬੇਈਮਾਨੀ ਕੀਤੀ ਜਾਵੇ, ਚੁਗਲੀ ਨਿੰਦਿਆ ਕੀਤੀ ਜਾਵੇ, ਲਾਲਚ ਕੀਤਾ ਜਾਵੇ। ਜਿਹੜੇ ਕੰਮ ਦੇ ਵਿੱਚ ਹੁਣ ਅਸੀਂ ਕੀਰਤਨ ਕਰਦੇ ਹਾਂ, ਜਦੋਂ ਅਸੀਂ ਕੀਰਤਨ ਤੇ ਜਾਣਾ ਹੋਵੇ, ਮੰਨ ਲਓ ਅਸੀਂ ਅੜ ਜਾਈਏ ਵੀ ਅਸੀਂ ਤਾਂ ਇੰਨੇ ਹਜ਼ਾਰ ਲੈ ਕੇ ਹੀ ਆਵਾਂਗੇ ਜੀ, ਉੱਦਾਂ ਨਹੀਂ ਆਉਂਦੇ, ਇਹ ਧੰਦਾ ਹੋ ਗਿਆ, ਇਹ ਕਿਰਤ ਨਹੀਂ ਰਹੀ। ਕਿਰਤ ਤੇ ਧੰਦੇ 'ਚ ਫਰਕ ਹੈ। ਜਦੋਂ ਬੇਈਮਾਨੀ ਕੰਮ ਵਿੱਚ ਆ ਜਾਵੇ, ਚਾਹੇ ਤੁਹਾਡਾ ਪਾਠ ਹੀ ਹੋਵੇ, ਹੁਣ ਬਾਬਾ ਜੀ ਨੇ ਹੈੱਡ ਗ੍ਰੰਥੀ ਸਾਹਿਬ ਹੋਣੀ ਜਾਂ ਕੋਈ ਵੀ ਲਾ ਲਓ, ਜੇ ਪਾਠ ਕਰਦੇ ਨੇ, ਅਖੰਡ ਪਾਠ ਸਾਹਿਬ ਕਰਦੇ ਨੇ, ਸਹਿਜ ਪਾਠ ਕਰਦੇ ਨੇ, ਗ੍ਰੰਥੀ ਸਿੰਘ ਦੀ ਡਿਊਟੀ ਕਰਦੇ, ਅਸੀਂ ਜਥਾ ਲੈ ਕੇ ਫਿਰਦੇ ਹਾਂ। ਜੇ ਸਾਡੇ ਕੰਮ ਦੇ ਵਿੱਚ, ਹਾਂ ਗੁਜ਼ਾਰਾ ਹੋਣਾ ਬਹੁਤ ਜ਼ਰੂਰੀ ਹੈ, ਜੇ ਸਾਡੇ ਕੰਮ ਦੇ ਵਿੱਚ ਵੀ ਲਾਲਚ ਆ ਜਾਵੇ ਨਾ, ਧਾਰਮਿਕ ਕੰਮ ਨਹੀਂ ਰਹਿ ਜਾਏਗਾ, ਇਹ ਧੰਦਾ ਬਣ ਜਾਏਗਾ। ਤੇ ਮਹਾਰਾਜ ਨੇ ਸਿੱਖ ਨੂੰ ਧੰਦਾ ਕਰਨ ਨੂੰ ਨਹੀਂ, ਮਹਾਰਾਜ ਨੇ ਸਿੱਖ ਨੂੰ ਕਿਰਤ ਕਰਨ ਨੂੰ ਕਿਹਾ। ਕਿਤੇ ਪੜ੍ਹਿਆ ਤੁਸੀਂ ਧੰਦਾ ਕਰੋ, ਨਾਮ ਜਪੋ, ਵੰਡ ਛਕੋ? ਕਿਤੇ ਨਹੀਂ ਪੜ੍ਹਿਆ। ਸਦਾ ਲਿਖਿਆ ਮਿਲੇਗਾ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਕਿਰਤ ਪਹਿਲਾਂ ਜ਼ਰੂਰੀ ਹੈ। 52 ਬਚਨਾਂ 'ਚੋਂ ਸਭ ਤੋਂ ਪਹਿਲਾ ਬਚਨ ਹੈ ਜੀ, ਸਿੱਖ ਨੇ ਕਿਰਤ ਧਰਮ ਦੀ ਕਰਨੀ ਹੈ, ਭਾਵ ਧਰਮ ਨੂੰ ਮੁੱਖ ਰੱਖਣਾ ਹੈ। ਧਰਮ ਕੋਈ ਮਾੜਾ ਨਹੀਂ ਹੁੰਦਾ, ਯਾਦ ਰੱਖਿਓ। ਚਾਹੇ ਕੋਈ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਤੇ ਚਾਹੇ ਹੋਵੇ ਸਿੱਖ, ਧਰਮ ਕੋਈ ਮਾੜਾ ਨਹੀਂ ਹੈ। ਇਹ ਗੱਲ ਆਪਣੇ ਮਨ 'ਚੋਂ ਕੱਢ ਦਿਓ। ਅੱਜ ਸਾਡੇ ਵਿੱਚ ਇਹ ਵੀ ਬਖੇੜਾ ਖੜਾ ਹੋਇਆ, ਸਿੱਖ ਕਹਿੰਦੇ ਸਾਡੇ ਤੋਂ ਵਧੀਆ ਕੋਈ ਨਹੀਂ, ਹਿੰਦੂ ਭਰਾ ਕਹਿੰਦੇ ਸਾਡੇ ਤੋਂ ਵਧੀਆ ਕੋਈ ਨਹੀਂ, ਮੁਸਲਮਾਨ ਕਹਿੰਦੇ ਸਾਡੇ ਤੋਂ ਵਧੀਆ ਕੋਈ ਨਹੀਂ। ਪਰ ਮਹਾਰਾਜ ਦੀ ਬਾਣੀ ਦਾ ਬਚਨ ਹੈ, ਮਹਾਰਾਜ ਕਹਿੰਦੇ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸਾਡੇ ਨਾਲੋਂ ਸਾਰੇ ਹੀ ਚੰਗੇ ਹਨ। ਇਹ ਗੱਲ ਆਪਣੇ ਜਦੋਂ ਮਨ ਵਿੱਚ ਵਸ ਜਾਏਗੀ ਨਾ ਜੀ, ਪੱਕੀ ਹੋ ਜਾਏਗੀ, ਅੰਦਰ ਘਰ ਕਰ ਜਾਏਗੀ, ਉਦੋਂ ਸਾਡੇ ਵਿੱਚੋਂ ਧਰਮਾਂ ਦੇ ਝਗੜੇ ਖਤਮ ਹੋ ਜਾਣਗੇ। ਆ ਥਾਂ ਤੇ ਬੇਅਦਬੀਆਂ ਹੋ ਰਹੀਆਂ ਨੇ, ਗੁਰੂ ਸਾਹਿਬ ਜੀ ਦੀਆਂ ਹੋਈਆਂ ਨੇ, ਹੋਰ ਧਾਰਮਿਕ ਗ੍ਰੰਥਾਂ ਦੀਆਂ ਵੀ ਹੋਈਆਂ ਨੇ। ਉਹ ਕੌਣ ਨੇ ਕਰਨ ਵਾਲੇ? ਉਹ ਉਹੀ ਹੈ ਜਿਹੜੇ ਕਹਿੰਦੇ ਨੇ ਸਾਡਾ ਧਰਮ ਵਧੀਆ ਤੇ ਤੁਹਾਡਾ ਮਾੜਾ। ਪਰ ਮਹਾਰਾਜ ਕਹਿੰਦੇ ਨੇ ਨਹੀਂ, ਮਾੜਾ ਨਹੀਂ ਕੋਈ ਹੈ, ਸਾਰੇ ਚੰਗੇ ਨੇ ਭਾਈ। ਇਹ ਮਨ ਵਿੱਚ ਆਪਣੇ ਪੱਕੀ ਕਰ ਲਓ ਗੱਲ। ਉਹ ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰੇ, ਤੇਰੇ ਨਾਲ ਸਾਰੇ ਚੰਗੇ। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰੇ, ਤੇਰੇ ਨਾਲ ਸਾਰੇ ਚੰਗੇ।
ਬੁਰੇ ਹਮ ਤਜ ਭਲੋ ਸਭ ਕੋਏ, ਸਾਰੇ ਹੀ ਚੰਗੇ ਹਨ ਆਪਣੇ ਆਪ। ਜਦੋਂ ਮਨ ਵਿੱਚ ਇਹ ਗੱਲ ਪੱਕੀ ਬੈਠ ਜਾਏਗੀ ਫਿਰ ਸਾਰਿਆਂ ਨਾਲੋਂ ਝਗੜੇ ਖਤਮ ਹੋ ਜਾਣਗੇ। ਝਗੜਾ ਕਿਹੜੀ ਗੱਲ ਦਾ ਹੁੰਦਾ ਜੀ ਆਪਣੇ ਘਰਾਂ 'ਚ? ਤੁਹਾਡੇ ਵੀ ਹੁੰਦੇ ਹੋਣਗੇ, ਸਾਡੇ ਮੇਰੇ ਵੀ ਹੁੰਦੇ ਐ। ਜੇ ਮੈਂ ਕਹਾਂ ਕਿ ਮੈਂ ਚੋਲਾ ਪਾਈ ਫਿਰਦਾ, ਮੇਰੇ ਘਰੇ ਕਲੇਸ਼ ਹੈ ਨਹੀਂ, ਸਾਰਿਆਂ ਦੀ ਹੈ। ਕਈ ਵਾਰੀ ਅਸੀਂ ਇਹ ਭੁਲੇਖੇ 'ਚ ਫਸ ਜਾਂਦੇ ਆ ਵੀ ਜਿਹੜੇ ਬਾਬੇ ਦੇ ਚੋਲਾ ਪਾਇਆ, ਸ੍ਰੀ ਸਾਹਿਬ ਪਾਈ ਹੈ, ਵੀ ਇਹ ਬਿਲਕੁਲ ਸੌਖਾ ਹੈ, ਇਹਦੇ ਪੈਰੀ ਪੈ ਜਾਓ ਤੇ ਸੁੱਖ ਸਾਨੂੰ ਮਿਲ ਜਾਣਗੇ। ਨਹੀਂ, ਇਹ ਤਾਂ ਉੱਚੇ ਚੜ੍ਹ ਕੇ ਦੇਖਿਆ, ਘਰ ਘਰ ਇਹ ਅੱਗ, ਸਾਰੇ ਅੱਗ ਲੱਗੀ ਹੋਈ ਹੈ। ਅੱਛਾ, ਕਲੇਸ਼ ਹੁੰਦੀ ਕਿਹੜੀ ਗੱਲ ਦੀ ਹੈ ਭਲਾ? ਜਦੋਂ ਸੰਗਤ ਵਿੱਚ ਆਈਏ ਨਾ ਜੀ, ਇੱਧਰ ਧਿਆਨ ਦਿਓ ਭਾਈ, ਜਦੋਂ ਸੰਗਤ ਵਿੱਚ ਆਈਏ, ਸੰਗੀ ਦਾ ਨਹੀਂ ਕਦੇ। ਜਿੰਨੇ ਤੁਸੀਂ ਬੈਠੇ ਹੋ, ਮੈਨੂੰ ਬਹੁਤ ਖੁਸ਼ੀ ਹੈ। ਮੈਂ ਕੱਲ ਦਾ ਸੋਚਦਾ ਸੀ ਵੀ ਉੱਥੇ ਜਾਣਾ, ਪਤਾ ਨਹੀਂ ਕੌਣ ਸੁਣਨ ਵਾਲਾ ਹੋਊਗਾ, ਕੋਈ ਨਹੀਂ ਹੋਊਗਾ, ਪਤਾ ਨਹੀਂ ਕਿੱਦਾਂ ਦੇ ਬੰਦੇ ਹੋਣਗੇ, ਪਰ ਬੜਾ ਆਨੰਦ ਹੈ, ਤੁਸੀਂ ਬੈਠ ਕੇ ਸੁਣ ਰਹੇ ਹੋ। ਇੱਕ ਸਵਾਲ ਦਾ ਜਵਾਬ ਦਿਓ, ਕੁਛ ਨਾ ਕਰਿਓ, ਸਿਰਫ ਸੈਰੀ ਮਾਰ ਦਿਓ। ਜਿੰਨੇ ਤੁਸੀਂ ਬੈਠੇ ਹੋ, ਆਪਣੀ ਇਮਾਨਦਾਰੀ ਨਾਲ ਦੱਸਿਓ, ਆਪਣੇ ਘਰਾਂ 'ਚ ਕਲੇਸ਼ ਹੈ? ਕੋਈ ਹੈ ਤੁਹਾਡੇ ਜਿਹੜਾ ਬੰਦਾ ਕਹੇ ਮੈਂ ਬਿਲਕੁਲ ਸੌਖਾ, ਮੇਰੇ ਘਰੇ ਕਿਸੇ ਗੱਲ ਦੀ ਲੜਾਈ ਨਹੀਂ? ਹਰ ਇੱਕ ਦੇ ਘਰੇ ਹੈ। ਸੁਣਿਓ, ਉਹਦਾ ਕਾਰਨ ਕੀ ਹੈ? ਘਰਾਂ 'ਚ ਕਲੇਸ਼ ਦਾ, ਲੜਾਈ ਦਾ ਕਾਰਨ ਪਤਾ ਕੀ ਹੈ ਜੀ? ਜਿਹੜਾ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ। ਜਦੋਂ ਮਨ ਵਿੱਚ ਇਹ ਗੱਲ ਆ ਜਾਏਗੀ, ਪੱਕੀ ਹੋ ਜਾਏਗੀ, ਮੈਂ ਮਾੜਾ ਤੇ ਤੂੰ ਚੰਗਾ, ਲੜਾਈ ਖਤਮ। ਲੜਾਈ ਸ਼ੁਰੂ ਕਿੱਥੋਂ ਹੁੰਦੀ ਹੈ? ਮੈਂ ਚੰਗਾ ਤੇ ਤੂੰ ਮਾੜਾ, ਆਖੋ ਸਤਿਨਾਮ। ਇੰਨਾ ਹੀ ਕੰਮ ਹੈ, ਇੱਥੋਂ ਲੜਾਈ ਹੈ, ਹੋਰ ਲੜਾਈ ਕਿਸੇ ਗੱਲ ਦੀ। ਜਿਹੜਾ ਬੰਦਾ ਆਪਣੇ ਆਪ ਨੂੰ ਮਾੜਾ ਕਹਾ ਲਏਗਾ, ਆਪਸ ਕੋ ਜੋ ਜਾਣੇ ਨੀਚਾ, ਸੋ ਗੰਨੀਆਂ ਸਭ ਤੇ ਉੱਚਾ। ਜਿਹਨੂੰ ਨੀਵਾਂ ਹੋਣਾ ਆ ਜਾਏਗਾ, ਆਪਣੇ ਆਪ ਨੂੰ ਮਟਾਉਣਾ ਆ ਜਾਏਗਾ, ਮਾਰੇ ਕਹਿੰਦੇ ਉਹ ਸਦਾ ਸੁਖੀ ਰਹੇਗਾ, ਉਹਦੇ ਘਰ ਕਦੇ ਕਲੇਸ਼ ਨਹੀਂ ਹੋਏਗੀ। ਯਾਦ ਰੱਖਿਓ, ਜੇ ਤੁਹਾਡੇ ਘਰਾਂ ਵਿੱਚ ਲੜਾਈਆਂ ਕਲੇਸ਼ਾਂ ਹੈਗੀਆਂ ਨੇ, ਝਗੜੇ ਹੈਗੇ ਨੇ, ਤਾਂ ਝਗੜਾ ਮੁਕਾਉਣ ਦਾ ਇੱਕੋ ਇੱਕ ਹੱਲ ਹੈ ਵੀ ਆਪਣੇ ਆਪ ਨੂੰ ਨੀਵੇਂ ਕਰ ਲਓ। ਗੱਲ ਖਤਮ। ਮੈਂ ਬੇਨਤੀ ਤੁਹਾਨੂੰ ਇਹ ਕਰ ਰਿਹਾ ਸੀ, ਵਿਚਾਰ ਆਪਾਂ ਆਰੰਭ ਇਹ ਕੀਤੀ ਸੀ ਵੀ ਮਹਾਰਾਜ ਦਾ ਪਹਿਲਾ ਬਚਨ ਹੈ, ਸਿੱਖ ਨੇ ਧਰਮ ਦੀ ਕਿਰਤ ਕਰਨੀ। ਅੱਛਾ ਚਲੋ, ਤੁਸੀਂ ਸਾਰੇ ਕਰਦੇ ਹੀ ਹੋ। ਉਦੋਂ ਅਗਲੀ ਗੱਲ, ਸਿੱਖ ਨੇ ਧਰਮ ਦੀ ਕਿਰਤ ਕਰਨੀ ਹੈ, ਤੇ ਜਦੋਂ ਕਿਰਤ ਕਰਨੀ ਹੈ ਤੇ ਮਹਾਰਾਜ ਦਾ ਦੂਜਾ ਵਚਨ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਆਪਣੀ ਕਿਰਤ ਵਿੱਚੋਂ, ਆਪਣੀ ਕਮਾਈ ਚੋਂ ਸਿੱਖ ਨੇ ਦਸਵੰਧ ਜ਼ਰੂਰ ਕੱਢਣਾ ਹੈ। ਦਸਵੰਧ ਸਮਝਦੇ ਹੋ ਜੀ? ਆਪਣੀ ਕਮਾਈ ਦਾ 10ਵਾਂ ਹਿੱਸਾ। ਅੱਛਾ, ਉਹ ਕੱਢ ਕੇ ਲਾਉਣਾ ਕਿੱਥੇ ਹੈ, ਕਿੱਥੇ ਵਰਤਣਾ ਹੈ? ਉਹ ਯਾਦ ਰੱਖਿਓ, ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਧਾਰਮਿਕ ਸਥਾਨਾਂ 'ਤੇ ਮਾਇਆ ਦੇਣੀ ਬੰਦ ਕਰ ਦਿਓ, ਦਿਓ ਜ਼ਰੂਰ ਦਿਓ, ਮਾੜੀ ਗੱਲ ਨਹੀਂ, ਦੇਣੀ ਚਾਹੀਦੀ ਹੈ। ਜਿਹੜੇ ਧਾਰਮਿਕ ਸਥਾਨ ਹਨ, ਇਹ ਤੁਹਾਡੀ ਦਿੱਤੀ ਮਾਇਆ ਨਾਲ ਹੀ ਚੱਲਦੇ ਨੇ, ਸੰਗਤ ਦੀ ਮਾਇਆ ਨਾਲ ਹੀ ਚੱਲਦੇ ਹਨ। ਪਰ ਜ਼ਰੂਰੀ ਨਹੀਂ ਹੈ ਤੁਸੀਂ ਜਿੰਨੀ ਮਾਇਆ ਦਸਵੰਧ ਦੀ ਕੱਢਦੇ ਹੋ ਧਾਰਮਿਕ ਸਥਾਨ 'ਤੇ ਦੇਣੀ, ਸਿੱਧੀ ਆਪਣੇ ਹੱਥੀਂ ਵੀ ਲਾ ਸਕਦੇ ਹੋ। ਤੁਹਾਡੇ ਆਸੇ-ਪਾਸੇ ਕੋਈ ਪਰਿਵਾਰ ਵੇਖੋ ਜਿਹਦੇ ਬੱਚੇ ਦੀ ਸ਼ਾਦੀ ਹੋਣ ਵਾਲੀ ਹੈ, ਨਹੀਂ ਕਰਵਾ ਸਕਦਾ, ਰਲ ਮਿਲ ਕੇ 10-10, 5-5 ਹਜ਼ਾਰ ਦਸਵੰਧ ਦਾ ਪਾਓ, ਉਹਦੀ ਲੜਕੀ ਵਿਆਹ ਦਿਓ। ਤੁਹਾਡੇ ਆਸੇ-ਪਾਸੇ ਕੋਈ ਹੈ ਜਿਹੜਾ ਦਵਾਈ ਦਾਰੂ ਤੋਂ ਬੈਠਾ, ਆਪਰੇਸ਼ਨ ਤੋਂ ਬੈਠਾ ਹੈ, ਉਹਦੀ ਹੈਲਪ ਕਰ ਦਿਓ, ਆਪਣੇ ਹੱਥੀਂ ਲਾਓ ਮਾਇਆ। ਥੋੜ੍ਹਾ ਜਿਹਾ ਗੌਰ ਕਰਿਓ ਭਾਈ, ਥੋੜ੍ਹਾ ਜਿਹਾ। ਮੈਨੂੰ ਵਾਰ-ਵਾਰ ਬੇਨਤੀ ਹੈ ਤਾਂ ਕਰਨੀ ਪੈ ਰਹੀ, ਥੋੜ੍ਹਾ ਤੁਹਾਡਾ ਧਿਆਨ ਹਿੱਲਦਾ ਹੈ। ਕੋਈ ਛੋਟਾ ਜਿਹਾ ਬੱਚਾ ਨਾ ਜੀ, ਜਿੱਦਾਂ ਆਪਣੇ ਬੱਸ ਅੱਡਾ ਹੈ ਆਪਣਾ, ਉੱਥੇ ਖੜਾ ਨਾ ਜੀ, ਸਮਾਨ ਵੇਚੇ ਕੋਈ, ਪੈਰ ਉਹਦੇ ਨੰਗੇ, ਸਿਖਰ ਦੀ ਗਰਮੀ, ਇੱਕ ਕੋਈ ਰੱਬ ਦਾ ਬੰਦਾ ਆਇਆ, ਉਹਨੂੰ ਬਾਂਹ ਤੋਂ ਫੜਿਆ ਤੇ ਲਾਗੇ ਦੁਕਾਨ ਤੇ ਲੈ ਗਿਆ। ਉੱਥੋਂ ਨਾ ਉਹਦੇ ਪੈਰਾਂ ਵਿੱਚ ਉਹਨੇ ਬੂਟ ਪਵਾਤੇ, ਜੋੜਾ ਪਵਾਤਾ ਜੀ। ਜਦੋਂ ਜੋੜਾ ਪਵਾਤਾ ਤੇ ਤੁਰਨ ਲੱਗਾ ਨਾ ਬੱਚੇ ਦੇ ਕੋਲੋਂ, ਉਹ ਬੱਚਾ ਛੋਟਾ ਜਿਹਾ 5-7 ਸਾਲ ਦਾ ਬੱਚਾ, ਉਹ ਬੱਚੇ ਨੇ ਉਹਦਾ ਹੱਥ ਫੜ ਲਿਆ। ਹੱਥ ਫੜ ਕੇ ਉਹਨੂੰ ਪੁੱਛਦਾ, ਕਹਿੰਦਾ ਜੀ ਤੁਸੀਂ ਰੱਬ ਦੇ ਮਿੱਤਰ ਹੋ? ਤੁਸੀਂ ਰੱਬ ਦੇ ਮਿੱਤਰ ਹੋ? ਪਹਿਲਾਂ ਤੇ ਸਵਾਲ ਪੁੱਛਿਆ, ਕਹਿੰਦਾ ਨਹੀਂ, ਤੁਸੀਂ ਰੱਬ ਹੋ? ਉਹ ਕਹਿੰਦਾ ਹੱਥ ਜੋੜਦਾ, ਕਹਿੰਦਾ ਨਹੀਂ ਪੁੱਤ, ਮੈਂ ਰੱਬ ਨਹੀਂ, ਮੈਂ ਤਾਂ ਰੱਬ ਦਾ ਬੰਦਾ ਹਾਂ। ਕਹਿੰਦੇ ਤੂੰ ਇੱਦਾਂ ਕਾਹਤੋਂ ਪੁੱਛਿਆ ਮੈਨੂੰ, ਤੁਸੀਂ ਰੱਬ ਹੋ? ਉਹ ਬੱਚੇ ਨੂੰ ਪੁੱਛਦਾ, ਕਹਿੰਦਾ ਮੈਂ ਅੱਜ ਸਵੇਰੇ ਅਰਦਾਸ ਕੀਤੀ ਸੀ ਵੀ ਹੇ ਰੱਬਾ, ਮੇਰੀ ਮਾਂ ਇੰਨੀ ਗਰੀਬ ਹੈ, ਮੇਰੇ ਵਾਸਤੇ ਕੱਪੜੇ ਨਹੀਂ ਖਰੀਦ ਸਕਦੀ, ਬੂਟ ਨਹੀਂ ਖਰੀਦ ਸਕਦੀ, ਗਰਮੀ ਹੈ ਜ਼ਿਆਦੀ, ਤੇ ਮੈਂ ਸੁਣਿਆ ਤੇਰੇ ਕੋਲੋਂ ਜੋ ਮੰਗੀਏ ਉਹ ਮਿਲ ਜਾਂਦਾ ਹੈ,
ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਮੈਨੂੰ ਪਾਉਣ ਵਾਸਤੇ ਬੂਟ ਦੇ ਦੇ। ਉਹ ਬੱਚਾ ਕਹਿੰਦਾ ਮੈਂ ਅਰਦਾਸ ਕੀਤੀ। ਕਹਿੰਦੇ ਮੇਰੀ ਮਾਂ ਕਹਿੰਦੀ ਹੁੰਦੀ ਸੀ ਵੀ ਜਾਂ ਤੇ ਰੱਬ ਤੇਰੀ ਸੁਣੇਗਾ ਆ ਕੇ ਤੈਨੂੰ ਦੇਵੇਗਾ, ਜਾਂ ਫਿਰ ਆਪਣਾ ਕੋਈ ਬੰਦਾ ਭੇਜੇਗਾ। ਅੱਛਾ, ਉਹ ਬੱਚਾ ਕਹਿੰਦਾ ਮੇਰੀ ਮਾਂ ਨੇ ਮੈਨੂੰ ਇਹ ਗੱਲ ਸਿਖਾਈ, ਮੈਂ ਕੀਤੀ ਅਰਦਾਸ ਤੇ ਮੇਰੀ ਅਰਦਾਸ ਰੱਬ ਨੇ ਸੁਣ ਲਈ, ਤੁਹਾਨੂੰ ਅੱਜ ਭੇਜ ਦਿੱਤਾ। ਉਹ ਬੰਦੇ ਨੇ ਆਪਣੀ ਕਥਾ ਆਪ ਲਿਖੀ ਹੈ। ਉਹ ਕਹਿੰਦਾ ਮੈਂ ਬੜਾ ਹੈਰਾਨ ਹੋਇਆ, ਅੱਖਾਂ ਵਿੱਚ ਪਾਣੀ ਆ ਗਿਆ। ਕਹਿੰਦਾ ਮੈਂ ਆਪਣੇ ਮਨ ਵਿੱਚ ਸੋਚਣ ਲੱਗ ਪਿਆ ਵੀ ਰੱਬ ਦੇ ਬੰਦੇ ਬਣਨਾ ਕੋਈ ਬਹੁਤੀ ਔਖੀ ਖੇਡ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿੰਨਾ ਕੁ ਕੰਮ ਹੈ, ਕਿਤੇ ਆਪਣੀ ਕਮਾਈ ਚੋਂ ਕਿਸੇ ਦਾ ਭਲਾ ਕਰ ਦਿਓ, ਰੱਬ ਦੇ ਬੰਦੇ ਪਰਉਪਕਾਰ। ਕਹਿੰਦਾ ਮੈਂ ਬੜਾ ਹੈਰਾਨ ਹੋਇਆ ਵੀ ਰੱਬ ਦੇ ਬੰਦੇ, ਰੱਬ ਦੇ ਮਿੱਤਰ ਬਣਨਾ ਕੋਈ ਔਖਾ ਕੰਮ ਨਹੀਂ, ਬੜਾ ਸੌਖਾ ਕੰਮ ਇਹ ਤਾਂ। ਵੀ ਮੈਨੂੰ ਕਿੱਡੀ ਛੇਤੀ ਇਹਨੇ ਕਹਿਤਾ ਤੂੰ ਰੱਬ ਹੈ। ਕਿਸੇ ਭੁੱਖੇ ਦੇ ਪੇਟ ਵਿੱਚ ਤੁਹਾਡੀ ਕਮਾਈ ਦਾ ਅੰਨ ਚਲਿਆ ਜਾਵੇ, ਕਿਸੇ ਨੰਗੇ ਦੇ ਵਸਤਰ ਤੁਹਾਡੇ ਚਲੇ ਜਾਣ ਮਾਇਆ ਦੇ ਵਿੱਚੋਂ, ਕਿਸੇ ਦੇ ਰਹਿਣ ਵਾਸਤੇ ਛੱਤ ਮਿਲ ਜਾਵੇ ਤੁਹਾਡੀ ਮਾਇਆ ਦੇ ਵਿੱਚੋਂ, ਉਹ ਤੁਹਾਡੇ ਵਾਸਤੇ ਸਾਧ ਸੰਗਤ ਜੀ ਸਭ ਤੋਂ ਪੁੰਨ ਦਾ ਕੰਮ ਹੈ। ਤੇ ਜਿਹਦਾ ਬੰਦਾ ਤੁਹਾਡੇ ਕੋਲੋਂ ਇਹ ਚੀਜ਼ਾਂ ਲਏਗਾ ਤੁਹਾਡੀ ਮਾਇਆ ਦੇ ਵਿੱਚੋਂ, ਉਹਦੇ ਵਾਸਤੇ ਤੁਸੀਂ ਰੱਬ ਹੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਸੀਂ ਕਈ ਵਾਰੀ ਆਪਾਂ ਇਹ ਗੱਲ ਕਹਿੰਦੇ ਆ ਨਾ ਜੀ, ਮੇਰੀ ਮਾਤਾ ਜਾਂ ਮੇਰੀ ਭੈਣ ਜਾਂ ਸਾਡਾ ਬਾਪੂ ਮਰਦਾ ਮਰਦਾ ਫਲਾਣੇ ਡਾਕਟਰ ਨੇ ਬਚਾ ਲਿਆ, ਤੇ ਅਸੀਂ ਕਹਿੰਦੇ ਆ ਜੀ ਉਹ ਤੇ ਰੱਬ ਹੈ। ਜਿਹਦਾ ਜਿੱਥੋਂ ਭਲਾ ਹੁੰਦਾ ਹੈ ਉਸ ਨੂੰ ਰੱਬ ਚੱਲ ਕੇ ਆਪ ਨਹੀਂ ਕਦੇ ਆਉਂਦਾ, ਸਿੱਧਾ ਨਹੀਂ ਮਿਲੇਗਾ, ਕਿਸੇ ਦੀ ਵਿੱਚ ਦੀ ਹੋ ਕੇ ਆਏਗਾ, ਕਿਸੇ ਦੇ ਵਿੱਚ ਹੋ ਕੇ ਵਰਤੇਗਾ। ਉਹ ਤਾਂ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ, ਪਰ ਜਿਹੜੀਆਂ ਅੱਖਾਂ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ। ਉਹ ਤੇ ਸਾਰਿਆਂ ਥਾਵਾਂ ਤੇ ਹੈ, ਆਵਾਜ਼ਾਂ ਮਾਰਦਾ ਫਿਰਦਾ, ਪਰ ਆਪਾਂ ਨੂੰ ਨਹੀਂ ਦਿਸਦਾ, ਲੱਭਦੇ ਫਿਰਦੇ ਆ ਬਾਹਰ। ਮਹਾਰਾਜ ਕਹਿੰਦੇ ਬਾਹਰ ਨਾ ਲੱਭੀ, ਮੈਂ ਅੰਦਰ ਬੈਠਾ, ਅੰਦਰ ਝਾਤੀ ਮਾਰ ਦੇ ਜੀ। ਜੀ ਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਹੈ, ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਹੈ। ਜੀ ਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਹੈ, ਜੀ ਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਹੈ। ਇਹਦੀਆਂ ਬਾਹਰ ਤਲਾਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ ਹੈ, ਇਹਦੀਆਂ ਬਾਹਰ ਤਲਾਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ ਹੈ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ, ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਹੈ, ਜਿਹਦੀਆਂ ਬਾਹਰ ਤਲਾਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ ਹੈ, ਇਹਦੀਆਂ ਬਾਹਰ ਤਲਾਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ ਹੈ। ਬਾਹਰ ਤਲਾਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ ਹੈ, ਇਹਦੀਆਂ ਬਾਹਰ ਤਲਾਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ ਹੈ। ਉਹ ਤਾਂ ਵਸਦਾ ਤੇਰੇ ਅੰਦਰ, ਉਹ ਤਾਂ ਵਸਦਾ ਤੇਰੇ ਅੰਦਰ, ਵਸਦਾ ਤੇਰੇ ਅੰਦਰ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ, ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਹੈ, ਜਿਹਦੀਆਂ ਬਾਹਰ ਫਰੀਦਾ ਜੰਗਲ ਜੰਗਲ ਕਿਆ ਭਵੇ ਹੈ, ਬਣ ਕੰਡਾ ਮੋੜੇ ਹੈ, ਵਸੀ ਰੱਬ ਹਿਆਲ ਗਿਆ, ਜੰਗਲ ਕਿਆ ਢੂੰਡੇ ਹੈ। ਗਵਾਚੇ ਆਪਾਂ ਖੁਦ ਫਿਰਦੇ ਆ ਤੇ ਲੱਭਦੇ ਰੱਬ ਨੂੰ ਹੈ। ਸਿਆਣੇ ਕਹਿੰਦੇ ਹੁੰਦੇ ਆ ਗਵਾਚਿਆ ਬੰਦਾ ਫਿਰਦਾ ਹੈ ਤੇ ਲੱਭਦਾ ਰੱਬ ਨੂੰ ਹੈ, ਵੀ ਕਿੱਥੋਂ ਲੱਭ ਜਾਵੇ ਮੈਨੂੰ। ਮੈਂ ਬੇਨਤੀ ਕਰ ਰਿਹਾ ਸੀ, ਦਸਵੰਧ ਦੀ ਮਾਇਆ, ਦਸਵੰਧ ਕੱਢਣਾ ਤੇ ਚੰਗੇ ਥਾਂ ਤੇ ਲਾਉਣਾ ਹੈ, ਜਿੱਥੇ ਕਿਸੇ ਦੇ ਅਰਥ ਆ ਸਕੇ। ਤੁਸੀਂ ਸਾਰਿਆਂ ਨੇ ਉਦਮ ਕੀਤਾ ਹੈ
ਆਪਣੀ ਕਮਾਈ ਵੀ ਕੀਤੀ ਹੈ, ਕਿਰਤ ਵੀ ਕੀਤੀ ਹੈ, ਦਸਵੰਧ ਵੀ ਕੱਢਿਆ ਤੇ ਲਾ ਵੀ ਰਹੇ ਹੋ। ਤੇ ਦਸਵੰਧ ਜਦੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਉਂਦਾ ਹੈ ਜਾਂ ਕਿਸੇ ਚੰਗੇ ਥਾਂ ਤੇ ਲੱਗਦਾ ਹੈ, ਤੁਸੀਂ ਕਿਸੇ ਗਰੀਬ ਦੇ ਮੂੰਹ ਵਿੱਚ 1 ਰੁਪਈਆ ਆਪਣੀ ਕਮਾਈ ਚੋਂ ਪਾ ਦਿਓ, ਤੁਹਾਨੂੰ ਗੋਲਕ ਵਿੱਚ ਮੱਥਾ ਟੇਕਣ ਦੀ ਲੋੜ ਨਹੀਂ ਹੈ, ਉਹ ਸਿੱਧਾ ਉਹਦੇ ਤੱਕ ਪਹੁੰਚੇਗਾ। ਆਪਾਂ ਆਮ ਹੀ ਸੁਣਦੇ ਹਾਂ ਸਟੇਜਾਂ ਦੇ ਉੱਪਰ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਜਦੋਂ ਮਹਾਰਾਜ ਨੇ ਮਸੰਦ ਰੱਖੇ ਸੀ ਨਾ ਜੀ ਪਿੰਡਾਂ ਦੇ ਵਿੱਚੋਂ ਭੇਟਾ ਇਕੱਠੀ ਕਰਨ ਵਾਸਤੇ, ਤੇ ਬਹੁਤੇ ਮਸੰਦ ਉਹ ਹੁੰਦੇ ਸੀ ਜਿਹੜੇ ਆਪਣੀ ਸੰਗਤ ਵੱਲੋਂ ਆਈ ਹੋਈ ਮਾਇਆ ਭੇਟਾ ਗੁਰੂ ਸਾਹਿਬ ਤੱਕ ਪਹੁੰਚਦੀ ਨਹੀਂ ਸੀ ਕਰਦੇ, ਸੰਗਤਾਂ ਵਿੱਚ ਹੀ ਵਰਤਾ ਦਿੰਦੇ ਹੁੰਦੇ ਸੀ। ਤੇ ਮਹਾਰਾਜ ਨੇ ਬੜੀਆਂ ਖੁਸ਼ੀਆਂ ਦੇਣੀਆਂ, ਕਹਿਣਾ ਸਾਡੇ ਤੱਕ ਤੁਹਾਡੀ ਭੇਟਾ ਪਹੁੰਚ ਗਈ। ਸਿੱਖ ਸਦਾ ਗੁਰੂ ਦੀ ਖੁਸ਼ੀ ਲੈਣ ਵਾਸਤੇ ਆਪਣੀ ਜਾਨ ਦੀ ਬਾਜੀ ਵੀ ਲਾਉਂਦੇ ਰਹੇ ਹਨ। ਇੱਕ ਸਾਖੀ ਆਪਾਂ ਵਿਚਾਰ ਕਰਕੇ ਸਮਾਪਤੀ ਵੱਲ ਆਈਏ। ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ, ਗੁਰੂ ਕਿੱਦਾਂ ਖੁਸ਼ ਹੁੰਦਾ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਲੱਗਾ ਹੋਇਆ, ਤੇ ਮਹਾਰਾਜ ਦੇ ਸਾਹਮਣੇ ਸੰਗਤ ਬੈਠੀ, ਜਿਵੇਂ ਤੁਸੀਂ ਬੈਠੇ ਹੋ ਇੱਦਾਂ ਹੀ ਸਾਰੇ। ਇਹ ਜਿੰਨੇ ਜਾਣੇ ਮੱਥਾ ਟੇਕਣ ਆਏ ਬੰਦੇ ਆਪਣੇ ਵਰਗੇ ਹੀ ਹੈ, ਕੁਛ ਵੱਖਰਾ ਤਾਂ ਆਇਆ ਨਹੀਂ। ਸਾਰੇ ਉੱਧਰ ਨੂੰ ਨਿਗਾਹ ਚੱਕ ਲਈ ਵੀ ਕੌਣ ਆਇਆ, ਆਪਣੇ ਵਰਗੇ ਹੀ ਹੈ। 2 ਲੱਤਾਂ ਹੈ, 2 ਬਾਹਾਂ ਹੈ, ਸਿਰ ਹੈ, ਪੱਗ ਬੰਨੀ, ਮੱਥਾ ਆਪਣੇ ਨੂੰ ਟੇਕਿਆ, ਪੈਸੇ ਰੱਖਦੇ ਇੱਥੇ ਬਹਿ ਜਾਣਾ ਉਹਨਾਂ ਨੇ। ਇਹ ਮਨ ਟਿਕਦਾ ਨਹੀਂ, ਬੜਾ ਬੈੜਾ ਹੈ, ਬਹੁਤ ਔਖਾ ਸਾਹਮਣਾ ਇਹਨੂੰ। ਟਿਕਾ ਬਣਾ ਲਓ, ਥੋੜ੍ਹਾ ਜਿਹਾ ਕੰਮ ਖਰਾਬ ਹੁੰਦਾ ਹੈ। ਸ਼ਾਂਤੀ ਨਾਲ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਖਰਚਾ ਵੀ ਕੀਤਾ, ਉਦਮ ਵੀ ਕੀਤਾ, ਹੁਣ ਸੁਣ ਵੀ ਲਓ ਕੁਛ। ਆ ਰਿਕਾਰਡਿੰਗ ਹੁੰਦੀ ਹੈ, ਸਭ ਕੁਝ ਰਿਕਾਰਡ ਹੋਈ ਜਾਂਦਾ ਹੈ। ਜਦੋਂ ਨੈੱਟ ਤੇ ਚਾੜਾਂਗੇ ਵੀ ਸੁਣਨ ਵਾਲਾ ਕੀ ਕਹੂਗਾ, ਉਹ ਸੰਗਤ ਮੂਹਰੇ ਇਹੋ ਜਿਹੀ ਬੈਠੀ ਸੀ। ਤੁਹਾਡਾ ਹੁਣ ਨਾਮ ਵੀ ਬੋਲਿਆ ਹੋਇਆ ਵੀ ਪੰਜਾਬ ਟੈਕਸੀ ਸਟੈਂਡ ਵਾਲੇ ਸਮਾਗਮ ਕਰਾ ਰਹੇ ਆ। ਟਿਕਾ ਬਣਾ ਕੇ ਬੈਠੋ। ਗੁਰੂ ਸਾਹਿਬ ਜੀ ਦਾ ਦਰਬਾਰ ਲੱਗਾ 6ਵੇਂ ਪਾਤਸ਼ਾਹ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਤੇ ਮਹਾਰਾਜ ਨਾਲ ਹੀ ਬੈਠੇ ਬੈਠੇ ਕਹਿੰਦੇ ਚਲੋ ਸੰਗਤ ਦੇ ਬਾਗ ਵੱਲ ਨੂੰ ਗੇੜਾ ਮਾਰ ਕੇ ਆਈਏ। ਬਾਗ ਸੱਚੇ ਪਾਤਸ਼ਾਹ ਜੀ ਦਾ ਲਾਇਆ ਸੀ। ਮਹਾਰਾਜ ਨੇ ਨਾਲ 10-12 ਸਿੱਖ ਲਏ ਆਪਣੇ, ਤੇ ਬਾਗ ਵੱਲ ਨੂੰ ਤੁਰ ਪਏ। ਤੇ ਬਾਗ ਵੱਲ ਨੂੰ ਜਾਂਦਿਆਂ ਰਾਹ 'ਚ ਬਾਜ਼ਾਰ ਪੈਂਦਾ ਸੀ ਛੋਟਾ ਜਿਹਾ ਇੱਕ ਜੀ। ਉਹ ਬਾਜ਼ਾਰ ਦੇ ਵਿੱਚ ਨਾ ਜੀ ਇੱਕ ਸ਼ਿਕਾਰੀ ਖੜਾ, ਪੰਛੀ ਵੇਚਣ ਵਾਲਾ। ਉਹਨੇ ਨਾ ਜੀ ਪਿੰਜਰੇ ਰੱਖੇ ਐ, ਤੇ ਪਿੰਜਰਿਆਂ ਵਿੱਚ ਨਾ ਛੋਟੇ ਛੋਟੇ ਜਾਨਵਰ, ਚਿੜੀਆਂ, ਕਬੂਤਰ, ਤੋਤੇ ਕੈਦ ਕੀਤੇ ਹੋਏ। ਇੱਕ ਤੋਤਾ ਨਾ ਜੀ ਬੰਦਿਆਂ ਦੀ ਬੋਲੀ ਜਾਣਦਾ ਸੀ। ਜਦੋਂ ਉਹਦੇ ਕੋਲ ਦੀ ਕੋਈ ਲੰਘਿਆ ਕਰੇ, ਬੜੇ ਸਤਿਕਾਰ ਨਾਲ ਬੁਲਾਇਆ ਕਰੇ ਬੰਦਿਆਂ ਵਾਲੀ ਭਾਸ਼ਾ ਦੇ ਵਿੱਚ। ਗੁਰੂ ਸਾਹਿਬ ਜੀ ਕੋਲ ਦੀ ਲੰਘਣ ਲੱਗੇ ਤਾਂ ਇਹਨੇ ਮਹਾਰਾਜ ਨੂੰ ਬੜੇ ਮਿੱਠੇ ਬੋਲ ਬੋਲੇ, ਇਹ ਤੋਤੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਖੁਸ਼ ਹੋਏ, ਘੋੜਾ ਰੋਕ ਲਿਆ, ਤੇ ਘੋੜਾ ਰੋਕ ਕੇ ਬੜੀ ਸਿਫਤ ਕੀਤੀ ਵੀ ਕਿੰਨਾ ਸੋਹਣਾ ਜਾਨਵਰ ਹੈ, ਕਿੰਨੀ ਸੋਹਣੀ ਬੋਲੀ ਬੋਲਦਾ ਹੈ। ਮਹਾਰਾਜ ਨੇ ਇੱਦਾਂ ਵਡਿਆਈ ਕੀਤੀ ਤੇ ਕਰਕੇ ਗਾਂਹ ਚਲੇ ਗਏ ਬਾਗ ਵੱਲ ਨੂੰ। ਉਹ ਸਾਰੇ ਸਿੱਖਾਂ ਦੇ ਵਿੱਚ ਨਾ ਜੀ ਇੱਕ ਸਿੱਖ ਸੀ, ਉਹਦਾ ਨਾਮ ਸੀ ਭਾਈ ਹਰਪਾਲ। ਕਈਆਂ ਨੇ ਹਰੀਪਾਲ ਲਿਖਿਆ, ਕਈਆਂ ਨੇ ਹਰਪਾਲ ਲਿਖਿਆ। ਇਹ ਘਰੋਂ ਬਹੁਤ ਗਰੀਬ ਸੀ। ਇਹਨੇ ਮਹਾਰਾਜ ਨੂੰ ਬੇਨਤੀ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਜੀ ਇਹਦਾ ਤੁਹਾਨੂੰ ਇਹ ਤੋਤਾ ਪਸੰਦ ਆ ਗਿਆ ਤੇ ਆਪਾਂ ਖਰੀਦ ਲਈਏ, ਤੁਹਾਡੇ ਵਾਸਤੇ ਲੈ ਲਈਏ। ਮਹਾਰਾਜ ਕਹਿੰਦੇ ਵੀ ਲੋੜ ਤਾਂ ਹੈ ਨਹੀਂ, ਜੇ ਤੁਹਾਡੇ ਮਨ ਵਿੱਚ ਹੈ ਵੀ ਭੇਟਾ ਕਰਨਾ ਹੈ ਤਾਂ ਹਰਜ ਵੀ ਕੋਈ ਨਹੀਂ, ਖਰੀਦ ਲਓ। ਇੰਨੀ ਗੱਲ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਗਾਂਹ ਚਲੇ ਗਏ ਬਾਗ ਵੱਲ ਨੂੰ। ਇਹ ਜਿਹੜਾ ਸਿੱਖ ਸੀ ਭਾਈ ਹਰਪਾਲ, ਇਹ ਉੱਥੇ ਹੀ ਖੜਾ ਰਿਹਾ। ਉਹ ਜਿਹੜਾ ਵੇਚ ਰਿਹਾ ਸੀ ਜਾਨਵਰ, ਪੰਛੀ ਵੇਚ ਰਿਹਾ ਸੀ ਜਿਹੜਾ ਜੀ, ਉਹਨੇ ਸੁਣ ਲਿਆ ਵੀ ਇਹ ਸਿੱਖ ਹੁਣ ਮੇਰੇ ਕੋਲ ਖਰੀਦੇਗਾ। ਮਹਾਰਾਜ ਨੂੰ ਕਹਿ ਕੇ ਗਏ ਆ। ਉਹਨੂੰ ਇਹ ਗੱਲ ਦਾ ਵੀ ਪਤਾ ਸੀਗਾ ਵੀ ਜੋ ਮਰਜ਼ੀ ਮੰਗ ਲਵਾਂ ਮੈਂ, ਹੁਣ ਦੇਣਗੇ ਜ਼ਰੂਰ। ਲਾਲਚ ਆ ਗਿਆ ਮਨ ਵਿੱਚ। ਭਾਈ ਹਰਪਾਲ ਨੇ ਪੁੱਛਿਆ ਜਾ ਕੇ ਉਹ ਪਿੰਜਰੇ ਵਾਲੇ ਨੂੰ, ਕਹਿੰਦਾ ਵੀ ਤੂੰ ਇਹ ਤੋਤਾ ਵੇਚਣਾ ਹੈ? ਉਹ ਮੋਰਿਓ ਕਹਿੰਦਾ ਨਹੀਂ, ਮੈਂ ਨਹੀਂ ਵੇਚਣਾ। ਕਹਿੰਦੇ ਸਾਡੇ ਗੁਰਾਂ ਨੂੰ ਪਸੰਦ ਆ ਗਿਆ, ਅਸੀਂ ਭੇਟਾ ਕਰਨਾ ਹੈ, ਤੂੰ ਜੋ ਤੈਨੂੰ ਚਾਹੀਦਾ ਇਹਦੇ ਵੱਟੇ ਲੈ ਲੈ, ਪਰ ਸਾਨੂੰ ਇਹ ਤੋਤਾ ਦੇ ਦੇ। ਉਹ ਜਿਹੜਾ ਵੇਚਣ ਵਾਲਾ ਸੀ ਉਹ ਕਹਿੰਦਾ ਵੇਚਣਾ ਤੇ ਹੈ, ਪਰ ਵੇਚੂਗਾ ਤਾਂ ਜੇ ਕੋਈ ਇਹਦੀ ਬਣਦੀ ਕੀਮਤ ਮੈਨੂੰ ਦੇ ਦੇਵੇ। ਇਹਦਾ ਰੇਟ ਬਹੁਤ ਹੈ, ਇਹਦਾ ਮੁੱਲ ਬਹੁਤ ਹੈ। ਮੈਂ ਬੜੀ ਮਿਹਨਤ ਦੇ ਨਾਲ ਕਹਿੰਦਾ ਇਹਨੂੰ ਬੋਲਣਾ ਸਿਖਾਇਆ ਹੈ, ਬੜਾ ਸਿਆਣਾ ਜਾਨਵਰ ਹੈ। ਜੇ ਕੋਈ ਇਹਦੀ ਮੈਨੂੰ ਕੀਮਤ ਦੇ ਦੇਗਾ, ਬਣਦਾ ਮੁੱਲ ਦੇ ਦੇਗਾ, ਰੇਟ ਲਾ ਦੇਗਾ, ਫੇਰ ਮੈਂ ਵੇਚਾਂਗਾ, ਨਹੀਂ ਤਾਂ ਨਹੀਂ ਵੇਚਦਾ।
ਭਾਈ ਹਰਪਾਲ ਜੀ ਪੁੱਛਦੇ ਆ, ਕਹਿੰਦੇ ਤੈਨੂੰ ਇਹਦੀ ਕੀ ਭੇਟਾ ਚਾਹੀਦੀ ਹੈ, ਕਿੰਨੇ ਪੈਸੇ ਦੇਵਾਂ? ਗੌਰ ਨਾਲ ਸੁਣਿਓ ਜੀ, ਗੱਲ ਅੰਦਰ ਨੂੰ ਹਲੂਣ ਕੇ ਰੱਖ ਦੇਣ ਵਾਲੀ ਹੈ ਜਿਹੜੀ ਉਹਨੇ ਮੰਗੀ, ਅੱਗਿਓਂ ਭੇਟਾ ਮੰਗੀ। ਕਹਿੰਦਾ ਕਿੰਨੇ ਪੈਸੇ ਦੇਵਾਂ, ਕਿੰਨੇ ਚਾਹੀਦੇ ਆ ਦੱਸ। ਕਹਿੰਦਾ ਮੈਨੂੰ ਇਹ ਤੋਤੇ ਦੇ ਵੱਟੇ ਪੈਸੇ ਨਹੀਂ ਚਾਹੀਦੇ, ਮੈਨੂੰ ਕੁਝ ਹੋਰ ਚਾਹੀਦਾ ਹੈ। ਕਹਿੰਦੇ ਮੰਗੋ, ਕੀ ਮੰਗਦੇ ਹੋ? ਭਾਈ ਹਰਪਾਲ ਜੀ ਕਹਿੰਦੇ ਆ, ਕਹਿੰਦਾ ਵੀ ਜੇ ਤੂੰ ਇਹ ਤੋਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਭੇਟਾ ਕਰਨਾ ਚਾਹੁੰਦਾ ਨਾ, ਤਾਂ ਮੇਰੀ ਇਹ ਸ਼ਰਤ ਹੈ ਵੀ ਪਹਿਲਾਂ ਆਪਣੀ ਭੈਣ ਦਾ ਰਿਸ਼ਤਾ ਮੇਰੇ ਨਾਲ ਕਰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿੱਡੀ ਔਖੀ ਗੱਲ ਹੈ। ਕੋਈ ਬੰਦਾ ਭਰੇ ਬਾਜ਼ਾਰ ਦੇ ਵਿੱਚ ਇਹ ਗੱਲ ਕਿਸੇ ਇੱਜ਼ਤਦਾਰ ਬੰਦੇ ਨੂੰ ਕਹਿ ਜਾਵੇ, ਇਤਿਹਾਸ ਵਿੱਚ ਲਿਖੀ ਹੋਈ ਗੱਲ ਹੈ ਇਹ। ਕਹਿੰਦਾ ਵੀ ਜਾਂ ਤੇ ਗਹਿਣੇ ਰੱਖ ਦੇ ਜਾਂ ਰਿਸ਼ਤਾ ਮੇਰੇ ਨਾਲ ਕਰ ਦੇ। ਭਾਈ ਹਰਪਾਲ ਕਹਿੰਦਾ ਵੀ ਮੈਨੂੰ ਆਪਣੇ ਘਰ ਪੁੱਛ ਆਉਣ ਦੇ, ਕਿਸੇ ਨੂੰ ਵੇਚੀ ਨਾ, ਤੇ ਮੈਂ ਕੋਸ਼ਿਸ਼ ਪੂਰੀ ਕਰਾਂਗਾ ਵੀ ਮੈਂ ਇਹ ਭੇਟਾ ਤੈਨੂੰ ਦੇ ਸਕਾਂ। ਘਰ ਆਇਆ ਭਾਈ ਹਰਪਾਲ, ਚਿਹਰਾ ਥੋੜ੍ਹਾ ਜਿਹਾ ਉਤਰਿਆ ਹੋਇਆ, ਉਦਾਸ ਹੋਇਆ ਹੋਇਆ। ਜਦੋਂ ਘਰੇ ਆਇਆ ਤੇ ਮਾਂ ਨੇ ਵੇਖਿਆ, ਕਹਿੰਦੀ ਹਰਪਾਲ ਕੀ ਗੱਲ ਹੋ ਗਈ, ਉਦਾਸ ਬਹੁਤ ਹੈ ਅੱਜ, ਤੇਰਾ ਚਿਹਰਾ ਖਿੜਿਆ ਨਹੀਂ ਹੈ। ਬੰਦੇ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਇਹਦੇ ਅੰਦਰ ਕੀ ਚੱਲਦਾ ਹੈ। ਕਈ ਬੰਦੇ ਆਪਾਂ ਨੂੰ ਇੱਦਾਂ ਦੇ ਮਿਲ ਜਾਂਦੇ ਆ ਜਿਨ੍ਹਾਂ ਦੇ ਚਿਹਰੇ ਵੱਲ ਦੇਖ ਕੇ ਨਾ ਸਾਰਾ ਦਿਨ ਬਹੁਤ ਵਧੀਆ ਲੰਘਦਾ ਹੈ। ਜਿੰਨੇ ਮਰਜ਼ੀ ਟੈਨਸ਼ਨ ਵਿੱਚ ਹੋਈਏ, ਫਿਕਰ ਵਿੱਚ ਹੋਈਏ, ਕਈ ਬੰਦੇ ਇੱਦਾਂ ਦੇ ਮਿਲਦੇ ਆ, ਇੱਕ ਵਾਰੀ ਮਿਲ ਪਵੇ ਸਾਰਾ ਟੈਨਸ਼ਨ ਸਾਰੀ ਖਤਮ ਹੋ ਜਾਂਦੀ ਆ। ਤੇ ਕਈ ਇੱਦਾਂ ਦੇ ਮਿਲਦੇ ਆ ਵੀ ਜਿਹੜੇ ਬਿਲਕੁਲ ਸੈੱਟ ਹੋਈਦਾ, ਬੜੀ ਖੁਸ਼ੀ ਹੁੰਦੀ ਹੈ, ਮੱਥੇ ਲੱਗਦੇ ਸਾਰਾ ਦਿਨ ਹੀ ਖਰਾਬ ਹੋ ਜਾਂਦਾ। ਉਹਦਾ ਕਾਰਨ ਕੀ ਹੈ? ਯਾਦ ਰੱਖਿਓ, ਆਪਣੇ ਘਰਾਂ 'ਚ ਦੀਵੇ ਹੁੰਦੇ ਨਾ ਜੀ, ਦੀਵੇ, ਇੱਕ ਦੀਵਾ ਹੋਵੇ ਜਗਦਾ, ਇੱਕ ਹੋਵੇ ਬੁਝਿਆ। ਤੁਸੀਂ ਬੁਝੇ ਦੀਵੇ ਲਾ ਕੇ ਬੁਝਿਆ ਦੀਵਾ ਕਰ ਦਿਓ, ਜਗਾ ਦੇਗਾ ਉਹਨੂੰ ਉਹ? ਬੁਝਿਆ ਦੀਵਾ ਮਾੜਾ ਮੋਟਾ ਸਿਰ ਹਿਲਾਇਆ ਕਰੋ, ਮੈਨੂੰ ਪਤਾ ਲੱਗੇ। ਦੂਜਾ ਕੀਰਤਨ ਨਹੀਂ ਹੈਗਾ, ਤੁਸੀਂ ਸੁਣੀ ਚੱਲੋ, ਮੈਂ ਸੁਣਾਈ ਚੱਲਾਂ। ਸਤਸੰਗ ਇਹ ਨਹੀਂ ਹੁੰਦਾ ਵੀ ਇੱਕ ਬੋਲੇ ਬਾਕੀ ਬੈਠੇ ਰਹਿਣ, ਨਹੀਂ, ਆਪਾਂ ਗੁਰੂ ਦੀਆਂ ਬਾਤਾਂ ਕਰ ਰਹੇ ਹਾਂ। ਬੁਝਿਆ ਦੀਵਾ ਬੁਝੇ ਨੂੰ ਜਗਾ ਸਕਦਾ ਜੀ? ਨਹੀਂ ਜਗਾ ਸਕਦਾ। ਜਗਾਏਗਾ ਕੌਣ? ਜਿਹੜਾ ਆਪ ਜਗਦਾ ਹੋਏਗਾ। ਕਿਸੇ ਨੂੰ ਖੇੜਾ ਉਹ ਦੇਗਾ ਜਿਹਦੇ ਆਪਣੇ ਅੰਦਰ ਖੇੜਾ ਹੋਵੇ, ਕਿਸੇ ਨੂੰ ਖੁਸ਼ੀ ਉਹ ਦੇਗਾ ਜਿਹਦੇ ਆਪਣੇ ਅੰਦਰ ਖੁਸ਼ੀ ਹੋਏਗੀ, ਕਿਸੇ ਨੂੰ ਹਾਸਾ ਉਹ ਵੰਡੇਗਾ ਜਿਹਦੇ ਆਪਣੇ ਅੰਦਰ ਹਾਸਾ ਹੋਏਗਾ। ਤੇ ਜਿਹੜਾ ਕਿਸੇ ਨੂੰ ਹਸਾ ਨਹੀਂ ਸਕਦਾ, ਕਿਸੇ ਨੂੰ ਹਾਸਾ ਨਹੀਂ ਵੰਡ ਸਕਦਾ, ਕਿਸੇ ਨੂੰ ਖੁਸ਼ੀ ਨਹੀਂ ਵੰਡ ਸਕਦਾ, ਸਮਝ ਲਓ ਇਹ ਅੰਦਰੋਂ ਸੜਿਆ ਹੋਇਆ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਦਾ ਅੰਦਰ ਮਚਿਆ ਹੋਇਆ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਆਹ ਦੇਗ ਪਈ ਹੈ, ਬਰਤਨ ਪਿਆ, ਇਹ 'ਚ ਕੀ ਪਾਇਆ? ਕੜਾਹ ਪ੍ਰਸ਼ਾਦ। ਕੀ ਨਿਕਲੂਗਾ? ਕੜਾਹ ਪ੍ਰਸ਼ਾਦ। ਜੇ ਇਹ 'ਚ ਪਾਣੀ ਪਾਇਆ ਹੋਵੇ ਤਾਂ ਦੁੱਧ ਨਿਕਲ ਆਊਗਾ ਜੀ। ਜੇ ਇਹਦੇ ਵਿੱਚ ਆਪਾਂ ਮੰਨ ਲਓ ਤੁਸੀਂ ਕੋਈ ਚੀਜ਼ ਖੀਰ ਬਣਾ ਕੇ ਪਾਈ ਹੋਈ ਹੈ, ਕੜਾਹ ਨਿਕਲ ਆਏਗਾ ਵਿੱਚੋਂ। ਜੋ ਪਾਵੇ ਭਾਂਡੇ ਵਿੱਚ ਜੋ ਪਾਇਆ ਉਹ ਨਿਕਲੇਗਾ। ਕਈ ਬੰਦੇ ਇੱਦਾਂ ਦੇ ਮਿਲਦੇ ਆ, ਜਦੋਂ ਮੂੰਹੋਂ ਬੋਲ ਕੱਢਦੇ ਨਾ ਮਚਾ ਕੇ ਰੱਖ ਦਿੰਦੇ ਆ, ਸਾੜ ਕੇ ਰੱਖ ਦਿੰਦੇ। ਉਹਦਾ ਮਤਲਬ ਕੀ ਹੁੰਦਾ? ਵੀ ਇਹਦੇ ਅੰਦਰ ਵੀ ਅੱਗ ਹੀ ਭਰੀ ਹੋਈ, ਮੱਚਿਆ ਹੀ ਹੋਇਆ, ਸ਼ਾਂਤੀ ਨਹੀਂ ਹੁੰਦੀ। ਬੰਦੇ ਦੇ ਚਿਹਰੇ ਤੋਂ ਪਤਾ ਲੱਗ ਜਾਏਗਾ ਵੀ ਇਹ ਬੰਦਾ ਕਿੰਨੇ ਕੁ ਪਾਣੀ 'ਚ ਹੈ। ਭਾਈ ਹਰਪਾਲ ਦੀ ਮਾਤਾ ਪੁੱਛਦੀ ਹੈ, ਕਹਿੰਦੀ ਕੀ ਗੱਲ ਹੋ ਗਈ, ਬੜਾ ਉਦਾਸ ਹੋਇਆ ਹੋਇਆ, ਚਿਹਰਾ ਤੇਰਾ ਉਤਰਿਆ ਹੋਇਆ। ਇਹਨੇ ਸਾਰੀ ਗੱਲ ਦੱਸੀ। ਕਹਿੰਦਾ ਅੱਜ ਗੁਰੂ ਸਾਹਿਬ ਜੀ ਮਿਲੇ ਸੀ, ਮਹਾਰਾਜ ਨੇ ਇੱਦਾਂ ਕਰਕੇ ਬਾਜ਼ਾਰ ਵਿੱਚ ਇੱਕ ਤੋਤਾ ਪਸੰਦ ਆ ਗਿਆ, ਤੇ ਉਹਨੂੰ ਪੁੱਛਿਆ ਤੋਤੇ ਵਾਲੇ ਨੂੰ, ਉਹ ਕਹਿੰਦਾ ਹੈ ਵੀ ਮੈਂ ਇਹਦੀ ਭੇਟਾ ਬਹੁਤ ਜ਼ਿਆਦੀ ਰੱਖੀ ਹੈ, ਜਾਂ ਤਾਂ ਆਪਣੀ ਭੈਣ ਦਾ ਰਿਸ਼ਤਾ ਕਰ ਦੇ ਜਾਂ ਗਹਿਣੇ ਰੱਖ ਜਾ ਮੇਰੇ ਕੋਲ, ਫੇਰ ਤੋਤਾ ਲੈ ਜਾਈਂ। ਭਾਈ ਹਰਪਾਲ ਦੀ ਮਾਤਾ ਹੱਸ ਪਈ, ਕਹਿੰਦੀ ਹਰਪਾਲ ਫੇਰ ਕੀ ਸੋਚਿਆ ਤੈਂ? ਕਹਿੰਦਾ ਮਾਂ ਸੋਚਣਾ ਮੈਂ ਕੀ ਹੈ, ਹੁਣ ਬੜੀ ਔਖੀ ਗੱਲ ਹੈ ਵੀ ਆਪਣੇ ਘਰ ਦੀ ਇੱਜ਼ਤ ਕਿਸੇ ਕੋ ਗਹਿਣੇ ਰੱਖਣੀ ਔਖੀ ਖੇਡ ਹੈ ਬਹੁਤ। ਤੇ ਭਾਈ ਹਰਪਾਲ ਦੀ ਮਾਤਾ ਨੇ ਪਤਾ ਕੀ ਜਵਾਬ ਦਿੱਤਾ ਸੀ? ਭਾਈ ਹਰਪਾਲ ਦੀ ਮਾਤਾ ਕਹਿਣ ਲੱਗੀ, ਹਰਪਾਲ ਤੈਨੂੰ ਗੁਰੂ ਸਾਹਿਬ ਦੇ ਬਚਨ ਭੁੱਲ ਗਏ? ਮਾਤਾ ਜੀ ਕਿਹੜੇ? ਕਹਿੰਦੇ ਰੋਜ਼ ਪੜ੍ਹਦਾ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ। ਸਿੱਖ ਦਾ ਤਨ ਵੀ ਗੁਰੂ ਦਾ, ਸਿੱਖ ਦਾ ਮਨ ਵੀ ਗੁਰੂ ਦਾ, ਸਿੱਖ ਦਾ ਧਨ ਵੀ ਗੁਰੂ ਦਾ, ਸਾਰਾ ਕੁਝ ਗੁਰੂ ਦਾ ਹੈ। ਜੇ ਤੈਨੂੰ ਆਪਣੀ ਭੈਣ ਦਾ ਰਿਸ਼ਤਾ ਦੇ ਕੇ ਜਾਂ ਗਹਿਣੇ ਰੱਖ ਕੇ ਗੁਰੂ ਦੀ ਖੁਸ਼ੀ ਮਿਲਦੀ ਹੈ, ਤਾਂ ਫਿਰ ਇਹਦੋਂ ਸਸਤਾ ਸੌਦਾ ਹੋਰ ਨਹੀਂ ਹੋ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੀ ਤਾਂ ਵੀ ਸਸਤਾ ਜਾਣ ਲਵੋ, ਸਿਰ ਦਿੱਤਿਆਂ ਜੇ ਮਿਲ ਜੇ ਪਿਆਰਾ, ਤਾਂ ਵੀ ਸਸਤਾ ਜਾਣ ਲਵੋ, ਸਿਰ ਦਿੱਤਿਆਂ
ਸੌਂਪ ਗੁਰ ਕੋ ਹੁਕਮ ਮੰਨਿਆ ਭਾਈ ਤੇ ਸਸਤਾ ਹੈ ਸੌਦਾ ਜੀ। ਭਾਈ ਹਰਪਾਲ ਬੜਾ ਖੁਸ਼ ਹੋਇਆ। ਇਹਨੇ ਆਪਣੀ ਭੈਣ ਨੂੰ ਨਾਲ ਲਿਆ, ਸਮਝਾਇਆ। ਕਹਿੰਦਾ ਇਦੋਂ ਵਧੀਆ ਮੌਕਾ ਨਹੀਂ ਕੋਈ ਹੋਰ ਹੋ ਸਕਦਾ। ਜੋ ਤੇਰੇ ਭਾਗਾਂ 'ਚ ਲਿਖਿਆ ਤੈਨੂੰ ਮਿਲ ਜਾਏਗਾ ਭੈਣੇ, ਪਰ ਗੁਰੂ ਸਾਹਿਬ ਦੀ ਖੁਸ਼ੀ ਇਦੋਂ ਸਸਤੀ ਨਹੀਂ ਮਿਲ ਸਕਦੀ। ਤੇ ਭੈਣ ਨੇ ਮੱਥੇ ਵੱਟ ਨਾ ਪਾਇਆ, ਕਹਿੰਦੀ ਮੈਨੂੰ ਮਨਜ਼ੂਰ ਹੈ। ਚਲੋ ਜੀ, ਇਹਨੇ ਆਪਣੀ ਭੈਣ ਨੂੰ ਨਾਲ ਲਿਆ, ਉਸੇ ਬਾਜ਼ਾਰ ਵਿੱਚ ਆ ਗਿਆ। ਜਦੋਂ ਬਾਜ਼ਾਰ ਦੇ ਵਿੱਚ ਆਇਆ, ਉਹ ਵਪਾਰੀ ਨੇ ਵੇਖਿਆ ਵੀ ਸੱਚਮੁੱਚ ਹੀ ਤਾਂ ਲੈ ਆਇਆ ਆਪਣੀ ਭੈਣ ਨੂੰ। ਇਹਦਾ ਮਨ ਬੇਈਮਾਨ ਹੋ ਗਿਆ। ਲਿਆ ਕੇ ਕਹਿੰਦਾ ਲਓ ਜੀ ਤੁਹਾਡੀ ਭੇਟਾ ਪੂਰੀ, ਹੁਣ ਤੁਸੀਂ ਮੈਨੂੰ ਪਿੰਜਰਾ ਦੇ ਦਿਓ ਤੋਤੇ ਵਾਲਾ, ਤੁਸੀਂ ਆਪਣੀ ਭੇਟਾ ਲੈ ਲਓ। ਇਹ ਕਹਿੰਦਾ ਮੋਰਿਓਂ ਬੜਾ ਢੀਠ ਜਿਹਾ ਬਣ ਕੇ ਵਪਾਰੀ ਕਹਿੰਦਾ ਜੇ ਪਹਿਲਾਂ ਲੈ ਜਾਂਦਾ ਤਾਂ ਇੰਨੇ ਵਿੱਚ ਮਿਲ ਜਾਣਾ ਸੀ, ਹੁਣ ਇਹਦੀ ਭੇਟਾ ਵੱਧ ਗਈ ਹੈ, ਹੁਣ ਇਹਦੀ ਕੀਮਤ ਹੋਰ ਵੱਧ ਗਈ ਹੈ। ਕਹਿੰਦੇ ਅੱਛਾ ਕੀ ਕੀਮਤ ਵੱਧ ਗਈ? ਕਹਿੰਦਾ ਇੱਦਾਂ ਕਰ, ਹੁਣ ਆਪਣੀ ਭੈਣ ਨੂੰ ਇੱਥੇ ਛੱਡ ਜਾ, ਹੁਣ ਆਪਣੀ ਧੀ ਵੀ ਮੇਰੇ ਕੋਲ ਗਹਿਣੇ ਰੱਖ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਲਾਲਚ ਬੰਦੇ ਤੋਂ ਕੀ ਕੁਛ ਕਰਵਾ ਦਿੰਦਾ। ਲੋਭੀ ਕਾ ਵਿਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੈ ਤੋ ਹੈ ਜਿੱਥੇ ਹੱਥ ਨਾ ਪਾਏ। ਤੁਸੀਂ ਕਾਮੀ ਬੰਦੇ ਦਾ ਯਕੀਨ ਕਰ ਸਕਦੇ ਹੋ, ਕ੍ਰੋਧੀ ਦਾ ਕਰ ਸਕਦੇ ਹੋ, ਹੰਕਾਰੀ ਦਾ ਕਰ ਸਕਦੇ ਹੋ, ਲੋਭੀ ਬੰਦੇ ਦਾ ਕੋਈ ਯਕੀਨ ਨਹੀਂ ਹੁੰਦਾ। ਇਹਨੇ ਕਿੱਥੇ ਲਿਆ ਕੇ ਮਾਰਨਾ ਹੈ। ਸਮਾਂ ਆਪਣਾ ਲਾਗੇ ਹੈ, ਥੋੜਾ ਜਿਹਾ ਟਕਾ ਨਾ ਸੁਣਿਓ ਗੱਲ, ਨਾਲੇ ਹਾਸੇ ਦੀ ਹੈ, ਹੱਸ ਲਿਓ ਸਾਰੇ ਜਾਣੇ। ਲੋਭੀ ਬੰਦਾ ਕੋਈ ਮੇਰੇ ਵਰਗਾ ਘਰੋਂ ਗਿਆ ਜੀ, ਕਹਿੰਦਾ ਵੀ ਨਾਰੀਅਲ ਲੈ ਕੇ ਆਉਣਾ ਖਰੀਦ ਕੇ, ਬੈਠੇ ਰਹੋ ਹੁਣ ਟਕਾ ਨਾਲ। ਜਾ ਕੇ ਪੁੱਛਦਾ ਬਾਜ਼ਾਰ ਵਿੱਚ, ਕਹਿੰਦਾ ਨਾਰੀਅਲ ਕਿੰਨੇ ਦਾ ਹੈ? ਉਹ ਕਹਿੰਦਾ ਜੀ 16 ਆਨਿਆਂ ਦਾ। ਅੱਛਾ, ਲਾਲਚ ਸੀਗਾ ਮਨ ਵਿੱਚ, ਕਹਿੰਦਾ ਜੇ 16 ਦਾ ਹੈ 8 ਦਾ ਨਹੀਂ ਮਿਲ ਸਕਦਾ? ਕਹਿੰਦੇ 8 ਦਾ ਵੀ ਮਿਲ ਜਾਊ, ਪਰ ਇਦਾਂ ਫਿਰ ਮੰਡੀ ਜਾਣਾ ਪਊ, ਮੰਡੀ ਜਾ ਕੇ ਲੈ ਆ। ਮਨ ਵਿੱਚ ਆ ਗਿਆ ਲਾਲਚ ਵੀ 8 ਆਨੇ ਬਚਦੇ ਹੀ ਹੈ। ਚਲੇ ਗਿਆ ਮੰਡੀ ਜਾ ਕੇ ਪੁੱਛਦਾ, ਕਹਿੰਦਾ ਵੀ ਨਾਰੀਅਲ ਕਿੰਨੇ ਦਾ ਹੈ? ਕਹਿੰਦੇ ਜੀ 8 ਆਨਿਆਂ ਦਾ। ਕਹਿੰਦਾ 4 ਦਾ ਨਹੀਂ ਮਿਲਦਾ? ਉਹ ਕਹਿੰਦੇ 4 ਦਾ ਵੀ ਮਿਲ ਜੂ, ਪਰ ਜਾਣਾ ਪਏਗਾ ਤੈਨੂੰ ਬਾਗ ਦੇ ਵਿੱਚ ਜਿੱਥੇ ਨਾਰੀਅਲ ਲੱਗਦੇ ਨੇ, ਬਾਗ ਵਿੱਚੋਂ ਲੈ ਆ। ਚਲੋ ਬਾਗ ਚਲ ਜਾਂਦੇ ਆ, ਬਾਗ ਚਲਿਆ ਗਿਆ। ਜਾ ਕੇ ਮਾਲੀ ਨੂੰ ਪੁੱਛਦਾ, ਕਹਿੰਦਾ ਨਾਰੀਅਲ ਲੈ ਕੇ ਜਾਣਾ ਇੱਕ ਕਿੰਨੇ ਦਾ? ਕਹਿੰਦਾ 4 ਆਨਿਆਂ ਦਾ। ਕਹਿੰਦਾ 1 ਦਾ ਨਹੀਂ ਦੇ ਸਕਦਾ ਤੂੰ? 16 ਤੋਂ 1 ਤੇ ਆ ਗਿਆ। ਲਾਲਚੀ ਬੰਦਾ। ਗੱਲ ਹਾਸੇ ਦੀ ਵੀ ਹੈ ਤੇ ਗੱਲ ਸਮਝਣ ਦੀ ਵੀ, ਸੁਣਿਓ। ਕਹਿੰਦਾ ਵੀ 1 ਆਨੇ ਦਾ ਨਹੀਂ ਦੇ ਸਕਦਾ। ਉਹ ਬਾਗ ਦੇ ਮਾਲੀ ਨੇ ਸੋਚਿਆ ਵੀ ਬੰਦਾ ਲਾਲਚੀ ਹੈ, ਲੋਭੀ ਹੈ। ਕਹਿੰਦਾ ਵੀ ਤੂੰ 1 ਆਨਾ ਵੀ ਨਾ ਦੇਈ, ਫਰੀ ਲੈ ਜਾਈ, ਪਰ ਤੋੜਨਾ ਆਪ ਪਊ। ਫਰੀ ਲੈ ਜਾਈ, ਤੋੜਨਾ ਆਪ ਪਊ। ਕਹਿੰਦਾ ਇਹ ਕਿੰਨਾ ਕੰਮ ਔਖਾ ਹੈ, ਆਪ ਤੋੜ ਲਾਂਗੇ। ਉਹਨਾਂ ਦੀ ਬਾਗ ਦੇ ਵਿੱਚ ਇੱਕ ਖੂਹ ਲੱਗਾ ਸੀ ਬਹੁਤ ਵੱਡਾ। ਅੱਛਾ, ਇੱਕ ਨਾਰੀਅਲ ਸੈਂਟਰ ਦੇ ਵਿੱਚ ਲਮਕਦਾ ਸੀ ਖੂਹ ਦੇ। ਮਾਲੀ ਨੇ ਸੋਚਿਆ ਵੀ ਜੇ ਤੋੜ ਲਵੇ ਤੇ ਇਹਦਾ ਨਾ ਤੋੜੇ ਖਰਾਬ ਤਾਂ ਹੋਣਾ ਹੀ, ਮੇਰੇ ਕਿਸੇ ਕੰਮ ਦਾ ਨਹੀਂ, ਫ੍ਰੀ ਦੇ ਦਿਆਂਗੇ। ਕਹਿੰਦਾ ਵੀ ਉਹ ਸੈਂਟਰ 'ਚ ਲਮਕਦਾ ਖੂਹ ਦੇ, ਉੱਥੋਂ ਤੋੜ ਲਾ। ਇਹਦੇ ਮਨ ਵਿੱਚ ਇਹ ਗੱਲ ਆਈ ਵੀ ਸੋਚਦਾ ਹੈ ਫ੍ਰੀ ਦਾ ਸੌਦਾ ਹੈ, ਪਿੱਛੋਂ ਭੱਜ ਕੇ ਆਵਾਂਗੇ, ਖੂਹ ਉੱਪਰ ਦੀ ਮਾਰਾਂਗੇ ਛਾੜ, ਨਾਰੀਅਲ ਨੂੰ ਪਾਵਾਂਗੇ ਹੱਥ, ਨਾਰੀਅਲ ਟੁੱਟ ਜਾਣਾ ਹੈ, ਫ੍ਰੀ ਖਾਤੇ ਨਾਰੀਅਲ ਮਿਲ ਜਾਣਾ। ਲੋਭੀ ਕਾ ਵਿਸਾਹੋ ਨਾ ਕੀਜੈ। ਇਹਨੇ ਪਿੱਛੋਂ ਭੱਜਾ ਆਇਆ ਜੀ ਬੜੇ ਜ਼ੋਰ ਨਾਲ, ਖੂਹ ਉੱਪਰ ਦੀ ਮਾਰਤੀ ਛਾਲ। ਤੇ ਯਾਦ ਰੱਖਿਓ ਸਾਰਿਆਂ ਫਲਾਂ ਦੇ ਵਿੱਚੋਂ ਜਿਹੜਾ ਨਾਰੀਅਲ ਹੈ ਸਭ ਤੋਂ ਵੱਧ ਸਖਤ ਹੁੰਦਾ ਹੈ, ਇਹ ਟੁੱਟਦਾ ਨਹੀਂ ਛੇਤੀ। ਆਪਾਂ ਦੇਖਿਆ ਬਾਜ਼ਾਰਾਂ 'ਚ ਹੁਣ ਵੀ, ਉਹ ਜਦੋਂ ਆਪਾਂ ਨੂੰ ਪੀਂਦੇ ਆ ਨਾਰੀਅਲ ਪਾਣੀ, ਬੜੇ ਤੇਜ਼ ਤਾਰ ਹਥਿਆਰ ਨਾਲ ਕੱਟ ਕੇ ਦਿੰਦੇ ਆ, ਟੁੱਟਦਾ ਨਹੀਂ ਛੇਤੀ ਉਹ। ਇਹਨੇ ਪੂਰੇ ਜ਼ੋਰ ਨਾਲ ਛਾਲ ਮਾਰੀ, ਉਹ ਨਾਰੀਅਲ ਨੂੰ ਪਾ ਲਿਆ ਹੱਥ, ਉਹ ਟੁੱਟਾ ਨਾ ਖੂਹ ਦੇ ਵਿਚਾਲੇ ਲੰਘ ਗਿਆ। ਅੱਛਾ, ਜਦੋਂ ਵਿਚਾਲੇ ਲੰਘ ਗਿਆ ਤੇ ਮਾਲੀ ਨੇ ਵੇਖਿਆ ਇਹ ਮਰ ਜਾਣਾ, ਮੇਰੇ ਸਿਰ ਪੈ ਜਾਣਾ, ਉਹ ਬਾਗ ਛੱਡ ਕੇ ਦੌੜ ਗਿਆ ਵੀ ਕੰਮ ਔਖਾ ਹੈ। ਅੱਛਾ, ਉਹ ਚੀਕਾਂ ਮਾਰਦਾ ਜੀ ਖੂਹ ਦੇ ਵਿੱਚ ਲਮਕਿਆ ਹੋਇਆ ਵੀ ਮੈਨੂੰ ਕੋਈ ਬਚਾ ਲਓ, ਮੇਰੀ ਜਾਨ ਉਹਦੀ ਫਸ ਗਈ। ਉੱਥੋਂ ਦੀ ਕੋਈ ਲਾਗੇ ਦੀ ਮੇਰੇ ਵਰਗਾ ਘੋੜੇ ਤੇ ਲੰਘਿਆ, ਉਹਨੇ ਸੁਣਿਆ ਰੌਲਾ ਵੀ ਕੋਈ ਬੰਦਾ ਬਾਜਾਂ ਮਾਰਦਾ। ਇਹ ਅੰਦਰ ਬਾਗ ਦੇ ਗਿਆ, ਜਾ ਕੇ ਵੇਖਿਆ ਵੀ ਲਮਕਿਆ ਖੂਹ ਦੇ ਵਿਚਾਲੇ। ਉਹਨੂੰ ਪੁੱਛਦਾ ਹੈ, ਕਹਿੰਦਾ ਤੂੰ ਇੱਥੇ ਕਿੱਦਾਂ ਫਸ ਗਿਆ ਓਏ, ਤੂੰ ਖੂਹ ਦੇ ਸੈਂਟਰ 'ਚ ਲਮਕਦਾ ਹੈ ਕਿੱਦਾਂ? ਕਹਿੰਦਾ ਦੱਸੂਗਾ ਬਾਅਦ 'ਚ, ਪਹਿਲਾਂ ਮੇਰੀ ਜਾਨ ਛੜਾ, ਬਚਾ ਲਾ ਇੱਥੇ। ਅੱਛਾ, ਉਹ ਕਹਿੰਦਾ ਉਹ ਉਦੋਂ ਵੱਡਾ ਲਾਲਚੀ ਮੋਹਰ ਵਾਲਾ ਘੋੜੇ ਵਾਲਾ, ਕਹਿੰਦਾ ਬਚਾ ਤਾਂ ਲਊਂ, ਪਰ ਇਹ ਦੱਸ ਮੈਨੂੰ ਦੇਂਗਾ ਕੀ ਬਚਾਉਣ ਦੀ ਖਾਤਰ?
ਅੱਛਾ ਜਿਹੜਾ ਨਾ ਜੀ 16 ਆਨੇ ਨਹੀਂ ਸੀ ਦਿੰਦਾ ਕਿਸੇ ਨੂੰ 1 ਰੁਪਈਆ, 16 ਆਨਿਆਂ ਦਾ 1 ਰੁਪਈਆ ਹੁੰਦਾ, ਕਿੱਥੇ ਤੇ 1 ਰੁਪਈਆ ਨਾ ਲਾਵੇ ਨਾਰੀਅਲ ਤੇ ਕਿੱਥੇ ਉਹਨੂੰ ਕਹਿੰਦਾ ਜੇ ਮੈਨੂੰ ਬਚਾ ਲਵੇਂ ਨਾ ਮੇਰੇ ਲੱਕ ਨੂੰ 100 ਰੁਪਈਆ ਵੱਜਾ, 100 ਦਾ 100 ਤੇਰਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। 100 ਦਾ 100 ਤੇਰਾ। ਉਹਨੇ ਸੋਚਿਆ ਸਸਤਾ ਸੌਦਾ ਹੈ, ਇਹਨੂੰ ਬਚਾ ਲਾਂਗੇ, 100 ਰੁਪਈਆ ਮਿਲ ਜਾਣਾ ਬੈਠੇ ਉੱਠਿਆਂ ਨੂੰ। ਕਹਿੰਦਾ ਇਦਾਂ ਕਰੀ, ਮੈਂ ਪਿੱਛੋਂ ਘੋੜਾ ਭਜਾ ਕੇ ਲਿਆਉਂ, ਉੱਪਰ ਦੀ ਖੂਹ ਤੇ ਟਪਾਊਂਗਾ ਘੋੜੇ ਨੂੰ, ਤੂੰ ਨਾਰੀਅਲ ਛੱਡ ਦੀ, ਤੈਨੂੰ ਪਾਊਂਗਾ ਮੈਂ ਜੱਫਾ, ਤੈਨੂੰ ਬਚਾ ਲਊਂ। ਕਹਿੰਦਾ ਚੰਗਾ ਮੈਨੂੰ ਮਨਜ਼ੂਰ ਹੈ। ਉਹ ਘੋੜਾ ਪਿੱਛੇ ਲੈ ਗਿਆ। ਇਹਦੇ ਮਨ ਵਿੱਚ ਇਹ ਆ ਗਿਆ ਵੀ ਘੋੜਾ ਤਾਂ ਹੁਣ ਆਉਣਾ ਹੀ ਆ, ਨਾਰੀਅਲ ਕਾਹਤੋਂ ਛੱਡ ਗਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਕਾਹਤੋਂ ਛੱਡ ਗਏ ਹੁਣ ਵੀ 100 ਰੁਪਈਆ ਵੀ ਦੇਣਾ, ਕਿੱਥੇ ਇੱਕ ਬਚਾਉਂਦਾ ਸੀ, ਕਿੱਥੇ 100 ਜਾਣਾ ਹੁਣ। ਉਹ ਨਾ ਜੀ ਪਿੱਛੋਂ ਘੋੜਾ ਭਜਾ ਕੇ ਲਿਆਇਆ ਬੜੇ ਜ਼ੋਰ ਨਾਲ, ਖੂਹ ਦੀ ਮੌਣ ਉੱਪਰ ਦੀ ਮਾਰੀ ਛਾਲ ਘੋੜੇ ਨੇ, ਉਹਨੇ ਪਾਇਆ ਲੱਕ ਨੂੰ ਜੱਫਾ, ਇੱਕ ਹੱਥ ਨਾਲ ਨਾਰੀਅਲ ਛੱਡਿਆ ਨਹੀਂ, ਦੋਵੇਂ ਦੇ ਦੋਵੇਂ ਖੂਹ ਦੇ ਵਿੱਚ ਲੰਮਕ ਗਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਘੋੜਾ ਥੱਲਿਓਂ ਨਿਕਲ ਗਿਆ, ਉਹ ਪਾਰ, ਦੋਵੇਂ ਲੰਮਕ ਗਏ। ਅੱਛਾ ਉਹ ਕਹਿੰਦਾ ਹੈ ਜਿਹੜਾ ਘੋੜੇ ਵਾਲਾ ਸੀ, ਉਹ ਕਹਿੰਦਾ ਪਤੰਦਰਾ ਤੂੰ ਤੇ ਮਰਿਆ ਸੀ, ਮੈਨੂੰ ਵੀ ਮਰਵਾਇਆ, ਲਾਲਚ ਵਿੱਚ ਫਸ ਗਿਆ ਮੈਂ, ਮੈਨੂੰ ਇਹ ਤਾਂ ਦੱਸ ਤੇਰੇ ਕੋਲ 100 ਰੁਪਈਆ ਹੈਗਾ ਵੀ ਹੈ। ਅੱਛਾ ਜਿਹੜੇ ਪੁਰਾਣੇ ਬੰਦੇ ਹੁੰਦੇ ਸੀ ਨਾ ਜੀ, ਇਹ ਜੇਬਾਂ ਨਹੀਂ ਸੀ ਲਾਉਂਦੇ, ਕਮਰ ਕੱਸਾ ਕਰਕੇ ਕਮਰ ਕੱਸੇ ਦੇ ਵਿੱਚ ਰੱਖਦੇ ਸੀ ਮਾਇਆ ਇੱਥੇ। ਹੁਣ ਉਹਦਾ ਪਹਿਲੇ ਦਾ ਨਾਰੀਅਲ ਇੱਦਾਂ ਕਰਕੇ ਫੜਿਆ, ਥੱਲਿਓਂ ਦੂਜੇ ਦਾ ਜੱਫਾ ਪਾਇਆ ਹੋਇਆ ਹੈ, ਦੋਵੇਂ ਹੱਥ ਉੱਪਰ ਪਾਏ ਹੈ। ਜਦੋਂ ਉਹਨੇ ਪੁੱਛਿਆ ਨਾ ਘੋੜੇ ਵਾਲੇ ਨੇ, ਉਹ ਕਹਿੰਦਾ ਤੇਰੇ ਕੋਲ ਸੀਗਾ ਕੁਛ, ਤਾਂ ਐਵੇਂ ਮਰਵਾਤਾ। ਉੱਪਰੋਂ ਮਾਰੀ ਕਿਸਮਤ, ਦੋਵੇਂ ਹੱਥ ਛੱਡ ਕੇ ਕਹਿੰਦਾ ਆਵੇ ਲੱਕ ਨੂੰ ਵੱਜਾ ਹੋਇਆ। ਵਾਹਿਗੁਰੂ। ਦੋਵੇਂ ਦੇ ਦੋਵੇਂ ਖੂਹ ਦੇ ਵਿੱਚ। ਕੀ ਖਟਿਆ ਲਾਲਚ ਵਿੱਚੋਂ? ਲੋਭੀ ਕਾ ਵਿਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੈ ਤੋ ਹੈ। ਅੰਤ ਨੂੰ ਲੋਭੀ ਬੰਦਾ ਕਹਿੰਦੇ ਉੱਥੇ ਲਿਜਾ ਕੇ ਮਾਰਦਾ ਜਿੱਥੇ ਕੋਈ ਬਚਾ ਨਹੀਂ ਸਕਦਾ। ਇਹਦੇ ਮਨ 'ਚ ਲਾਲਚ ਆ ਗਿਆ, ਕਹਿੰਦਾ ਆਪਣੀ ਭੈਣ ਨੂੰ ਬਿਠਾ ਦੇ, ਆਪਣੀ ਧੀ ਵੀ ਗਹਿਣੇ ਰੱਖ ਮੇਰੇ ਕੋਲ। ਘਰ ਗਿਆ, ਮੈਂ ਸੰਖੇਪ ਬੇਨਤੀ ਕਰਾਂ, ਸਮਾਪਤੀ ਵੱਲ ਨੂੰ ਆਪਾਂ ਆਈਏ, ਸਮਾਂ ਬਹੁਤ ਹੋ ਗਿਆ। ਘਰ ਜਾ ਕੇ ਨਾ ਜੀ ਇਹਨੇ ਆਪਣੀ ਧੀ ਨੂੰ ਵੀ ਤਿਆਰ ਕੀਤਾ, ਨਾਲ ਲੈ ਆਇਆ, ਲਿਆ ਕੇ ਉਹ ਵਪਾਰੀ ਨੂੰ ਕਹਿੰਦਾ ਲੈ ਵੀ ਤੈਨੂੰ ਹੁਣ ਮਨਜ਼ੂਰ ਹੈ, ਹੁਣ ਤੇ ਮੈਨੂੰ ਪਿੰਜਰਾ ਦੇ ਸਕਦਾ ਤੋਤੇ ਵਾਲਾ ਤੂੰ? ਕਹਿੰਦਾ ਵੀ ਹੁਣ ਮੈਨੂੰ ਮਨਜ਼ੂਰ ਹੈ, ਲੈ ਜਾ। ਇਹਨੇ ਆਪਣੀ ਭੈਣ ਤੇ ਧੀ ਗਹਿਣੇ ਰੱਖੀਆਂ ਵਪਾਰੀ ਦੇ ਕੋਲ, ਤੇ ਨਾਲ ਜੀ ਉਹ ਤੋਤਾ ਆਪਣੇ ਹੱਥ ਵਿੱਚ ਪਿੰਜਰੇ 'ਚ ਫੜਿਆ। ਮਹਾਰਾਜ ਗਏ ਸੀ ਬਾਗ ਵੱਲ ਨੂੰ, ਇਹ ਦਰਬਾਰ ਸਾਹਿਬ ਵੱਲ ਨੂੰ ਚਲੇ ਗਿਆ। ਜਿਵੇਂ ਮੰਨ ਲਓ ਆ ਅੱਡੇ ਦੀ ਪਰਲੀ ਸਾਈਡ ਬਾਗ ਹੋਵੇ, ਆਹ ਦਰਬਾਰ ਸਾਹਿਬ ਹੋਵੇ। ਭੱਜ ਕੇ ਦਰਬਾਰ ਸਾਹਿਬ ਚਲੇਗਾ ਜਿੱਥੇ ਮਹਾਰਾਜ ਬੈਠਦੇ ਸੀ, ਤੇ ਜਾ ਕੇ ਸਿੱਖਾਂ ਨੂੰ ਪੁੱਛਦਾ, ਕਹਿੰਦਾ ਹੈ ਗੁਰੂ ਸਾਹਿਬ ਕਿੱਥੇ ਨੇ? ਕਹਿੰਦੇ ਬਾਗ ਵੱਲ ਨੂੰ ਗਏ ਹੋਏ ਨੇ। ਇਹਨੂੰ ਇੰਨਾ ਚਾਅ ਚੜਿਆ ਹੋਇਆ ਵੀ ਮਹਾਰਾਜ ਨੂੰ ਪਸੰਦ ਆਇਆ ਸੀ, ਮੈਂ ਖਰੀਦ ਕੇ ਲਿਆਇਆ ਤੇ ਮੈਂ ਮਹਾਰਾਜ ਨੂੰ ਭੇਟ ਕਰਕੇ ਮਹਾਰਾਜ ਦੀ ਖੁਸ਼ੀ ਲੈਣੀ ਹੈ, ਮੇਰੇ ਤੇ ਬੜੇ ਖੁਸ਼ ਹੋਣਗੇ। ਤੇ ਜਿਹੜਾ ਵਪਾਰੀ ਸੀ ਨਾ ਜੀ ਉਹ ਤੋਤੇ ਵਾਲਾ, ਉਹ ਜਦੋਂ ਆਪਣੇ ਘਰ ਲੈ ਕੇ ਗਿਆ ਇਸ ਭਾਈ ਹਰਪਾਲ ਦੀ ਭੈਣ ਤੇ ਧੀ ਨੂੰ, ਘਰ ਵਾਲੀ ਨੂੰ ਜਾ ਕੇ ਕਹਿੰਦਾ ਹੈ ਤੇਰੇ ਵਾਸਤੇ ਨੌਕਰਾਣੀਆਂ ਲੈ ਕੇ ਆਇਆ ਮੈਂ, ਕਮਲਾ ਦਾ ਸਿੱਖ ਲੱਭ ਗਿਆ ਅੱਜ ਮੈਨੂੰ, ਇੱਕ ਛੋਟੇ ਜਿਹੇ ਤੋਤੇ ਬਦਲੇ ਆਪਣੀ ਭੈਣ ਤੇ ਆਪਣੀ ਧੀ ਮੇਰੇ ਕੋਲ ਗਹਿਣੇ ਰੱਖ ਗਿਆ। ਜਦੋਂ ਇਹ ਵਪਾਰੀ ਦੀ ਘਰ ਵਾਲੀ ਨੇ ਸੁਣਿਆ, ਮੱਥੇ ਤੇ ਹੱਥ ਮਾਰੇ, ਕਹਿੰਦੀ ਤੇਰਾ ਦਿਮਾਗ ਟਿਕਾਣੇ ਹੈ, ਕਿੰਨਾ ਘਾਟੇ ਦਾ ਸੌਦਾ ਕਰਕੇ ਆਇਆ ਤੂੰ, ਰੱਬ ਦੇ ਬੰਦੇ ਨਾਲ ਮਹਾਂਪੁਰਸ਼ ਨਾਲ ਮੱਥਾ ਲਾ ਕੇ ਆਇਆ, ਰੱਬ ਦੇ ਫਕੀਰ ਨਾਲ ਮੱਥਾ ਲਾ ਕੇ ਆਇਆ। ਯਾਦ ਰੱਖੀ ਭਾਈ ਹਰਪਾਲ, ਜੇ ਕੰਮ ਕਰਕੇ ਆਇਆ ਨਾ ਤੇ ਲੇਖਾ ਬਹੁਤ ਔਖਾ ਮਿਟ ਜਾਣਾ ਪੈਣਾ ਬਈ। ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਆਹੋ ਕੇਰੇ ਕੰਮ। ਭਾਈ ਹਰਪਾਲ ਦੇ ਘਰੋਂ ਠੱਗੀ ਮਾਰ ਕੇ ਲਿਆਇਆ, ਉਹ ਵਪਾਰੀ ਦੇ ਘਰ ਵਾਲੀ ਕਹਿੰਦੀ ਹੈ ਜੀ ਕਦੇ ਮੱਥਾ ਨੀ ਫਕੀਰਾਂ ਨਾਲ ਲਾਈਦਾ, ਲੇਖਾ ਦੇਣਾ ਔਖਾ ਹੋ ਜਾਂਦਾ, ਮੱਥਾ ਨੀ ਫਕੀਰਾਂ ਨਾਲ ਲਾਈਦਾ, ਲੇਖਾ ਦੇਣਾ ਔਖਾ ਹੋ ਜਾਂਦਾ, ਅਗੇ ਮੱਥਾ ਨੇ ਫਕੀਰਾਂ ਨਾਲ ਲਾਏਗਾ, ਲੇਖਾ ਦੇਣਾ ਔਖਾ ਹੋ ਜਾਂਦਾ, ਅਗੇ ਮੱਥਾ ਨੇ ਫਕੀਰਾਂ ਨਾਲ ਲਾਏਗਾ, ਲੇਖਾ
ਕਦੇ ਮੱਥਾ ਨਹੀਂ ਲਾਈਦਾ। ਜਦੋਂ ਇੰਨੀ ਗੱਲ ਸਮਝਾਈ ਪਛਤਾਵਾ ਹੋਇਆ ਮਨ ਦੇ ਵਿੱਚ, ਕਹਿੰਦਾ ਬਹੁਤ ਘਾਟੇ ਦਾ ਸੌਦਾ ਕੀਤਾ ਇਹਨੇ ਨਾ ਜੀ। ਵਪਾਰੀ ਨੇ ਭਾਈ ਹਰਪਾਲ ਦੀ ਭੈਣ ਤੇ ਧੀ ਨੂੰ ਨਾਲ ਲਿਆ, ਗੁਰੂ ਸਾਹਿਬ ਦੇ ਚਰਨਾਂ 'ਚ ਭੱਜ ਆਇਆ। ਜਦੋਂ ਆਇਆ ਨਾਲ ਆਪਣੇ ਘਰ ਵਾਲੀ ਨੂੰ ਲੈ ਕੇ, ਮਹਾਰਾਜ ਇੱਦਾਂ ਬੈਠੇ ਜਿਵੇਂ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਇੱਦਾਂ ਸੰਗਤ ਬੈਠੀ। ਆਉਂਦੇ ਨੇ ਮੱਥਾ ਟੇਕਿਆ, ਸਾਰੀ ਗੱਲ ਸੱਚੋ ਸੱਚ ਦੱਸ ਦਿੱਤੀ। ਕਹਿੰਦਾ ਜੀ ਮੇਰੇ ਕੋਲ ਹੋ ਗਈ ਭੁੱਲ, ਮੈਂ ਤੁਹਾਡੇ ਸਿੱਖ ਨਾਲ ਠੱਗੀ ਮਾਰੀ ਹੈ, ਮੈਨੂੰ ਮਾਫ ਕਰ ਦਿਓ। ਤੁਹਾਨੂੰ ਉਹ ਤੋਤਾ ਪਸੰਦ ਆਇਆ ਸੀ, ਤੁਹਾਡਾ ਸਿੱਖ ਆਪਣੀ ਭੈਣ ਤੇ ਆਪਣੀ ਧੀ ਮੇਰੇ ਕੋਲ ਗਹਿਣੇ ਰੱਖ ਕੇ ਲੈ ਕੇ ਆਇਆ। ਮਹਾਰਾਜ ਕਹਿੰਦੇ ਇੱਥੇ ਤਾਂ ਆਇਆ ਨਹੀਂ ਹਜੇ। ਕਹਿੰਦੇ ਸੱਚੇ ਪਾਤਸ਼ਾਹ ਆਉਂਦਾ ਹੋਏਗਾ, ਪਰ ਮੈਨੂੰ ਮਾਫ ਕਰ ਦਿਓ, ਮੈਂ ਗਲਤੀ ਕਰ ਦਿੱਤੀ। ਮਹਾਰਾਜ ਕਹਿੰਦੇ ਬਹਿ ਜਾ। ਬਹਿ ਗਿਆ। ਇੱਕ ਪਾਸੇ ਉਹ ਬੀਬੀਆਂ ਵਿੱਚ ਉਹਦੇ ਘਰ ਵਾਲੀ ਬਹਿ ਗਈ, ਇੱਕ ਪਾਸੇ ਉਹ ਆਪ ਬਹਿ ਗਿਆ। ਇੰਨੇ ਨੂੰ ਭਾਈ ਹਰਪਾਲ ਭੱਜਾ ਆਵੇ ਬੜੇ ਚਾਅ ਦੇ ਨਾਲ, ਹੱਥ ਵਿੱਚ ਉਹ ਪਿੰਜਰਾ ਫੜਿਆ ਹੋਇਆ। ਜਿੱਦਾਂ ਆਪਾਂ ਆ ਕੇ 10 ਰੁਪਏ 50 ਰੁਪਏ ਰੱਖਦੇ ਆ ਨਾ ਜੀ ਇੱਥੇ, ਇੱਦਾਂ ਲਿਆ ਕੇ ਪਿੰਜਰਾ ਰੱਖਦਾ। ਰੱਖ ਕੇ ਪਿੰਜਰਾ ਹੱਥ ਜੋੜਦਾ, ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਨੂੰ ਇਹ ਤੋਤਾ ਪਸੰਦ ਆ ਗਿਆ ਸੀ ਨਾ ਜੀ ਅੱਜ? ਮਾਰੇ ਕਹਿੰਦੇ ਹਾਂ ਆ ਗਿਆ ਸੀ। ਮਾਰੇ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਦਾਸ ਵੱਲੋਂ ਇਹ ਭੇਟਾ ਪ੍ਰਵਾਨ ਕਰੋ। ਮਾਰੇ ਕਹਿੰਦੇ ਹਰਪਾਲ ਲੈ ਕੇ ਤਾਂ ਆਇਆ, ਕਿੰਨੇ ਕੁ ਪੈਸੇ ਦੇ ਕੇ ਆਇਆ ਜੇ ਤੂੰ? ਕਿੰਨੇ ਦਾ ਲੈ ਕੇ ਆਇਆ? ਅੱਛਾ ਜੇ ਤੇ ਹੁੰਦਾ ਕੋਈ ਆਪਣੇ ਵਰਗਾ ਤੇ ਫੇਰ ਤਾਂ ਪਹਿਲਾਂ ਨਾਮ ਲਿਖਾਉਂਦਾ ਸੈਕਟਰੀ ਨੂੰ ਆ ਕੇ, ਮੇਰਾ ਨਾਮ ਬੋਲ ਦਿਓ, ਮੈਂ ਮਹਾਰਾਜ ਵਾਸਤੇ ਆ ਤੋਤਾ ਲੈ ਕੇ ਆਇਆ ਪਿੰਜਰੇ ਸਮੇਤ। ਉਹ ਸੀਗਾ ਜੀ ਪੱਕਾ ਸਿੱਖ। ਜਿਹੜੇ ਪੁਰਾਣੇ ਸਿੱਖ ਸੀ ਨਾ ਜੀ, ਪੁਰਾਣੇ ਦਾਨੀ, ਸਿਆਣੇ ਕਹਿੰਦੇ ਹੁੰਦੇ ਐ ਸੱਜੇ ਹੱਥ ਨਾਲ ਦਾਨ ਕਰੀਏ ਤੇ ਖੱਬੇ ਨੂੰ ਪਤਾ ਨਾ ਲੱਗੇ ਕਿ ਸੱਜੇ ਨਾਲ ਦਾਨ ਹੋ ਗਿਆ। ਤੇ ਅਸੀਂ ਕਹਿੰਦੇ ਵੀ ਸਾਡੇ ਨਾਂ ਦਾ ਪੱਥਰ ਲਿਖਾ ਕੇ ਗੁਰਦੁਆਰੇ ਦੇ ਮੱਥੇ ਤੇ ਲਾਓ ਵੀ ਇਸ ਗੁਰਦੁਆਰੇ 'ਚ ਪੱਖਿਆਂ ਦੀ ਸੇਵਾ ਮੈਂ ਕੀਤੀ ਹੋਈ ਹੈ। 1500 ਦਾ ਪੱਖਾ ਹੁੰਦਾ ਹੈ ਤੇ ਸਾਰੇ ਟੱਬਰ ਦੇ ਉੱਪਰ ਨਾਮ ਲਿਖੇ ਹੋਏ ਨੇ। ਬਾਪੂ ਦਾ ਲਿਖ ਦੇ, ਮੇਰਾ ਲਿਖ ਦੇ, ਮੇਰੇ ਪੁੱਤ ਦਾ ਲਿਖ ਦੇ, ਮੇਰੇ ਪੋਤਿਆਂ ਦਾ ਲਿਖ ਦੇ, ਜੰਮਣ ਵਾਲੇ ਦਾ ਵੀ ਲਿਖਾ ਦਿਆ ਕਰੋ। ਇੱਕ ਉਹੀ ਰਹਿ ਗਿਆ। ਪੁਰਾਣੇ ਸਿੱਖਾਂ ਦਾ ਕੰਮ ਹੁੰਦਾ ਸੀ ਸੇਵਾ ਕਰਨੀ, ਰਾਈ ਸੇਵਾ ਕਰਨੀ ਪਹਾੜ ਜਿੱਡੀ ਤੇ ਦਿਖਾਉਣੀ ਰਾਈ ਦੇ ਦਾਣੇ ਜਿੰਨੇ ਵੀ ਨਹੀਂ। ਤੇ ਸਾਡਾ ਕੰਮ ਹੈ ਸੇਵਾ ਕਰਨੀ ਰਾਈ ਦੇ ਦਾਣੇ ਜਿੰਨੀ, ਦਿਖਾਉਣੀ ਪਹਾੜ ਵਰਗੀ ਹੈ। ਇਤਰਾਜ਼ ਨਾ ਕਰਿਓ, ਸਾਰੇ ਥਾਈਂ ਬੰਦੇ ਇਦਾਂ ਦੇ ਹੁੰਦੇ, ਹਰ ਥਾਈਂ। ਇੱਥੇ ਵੀ ਕੁਛ ਹੋਣਗੇ ਜਿਨ੍ਹਾਂ ਰੁਪਈਆ ਦਿੱਤਾ ਹੋਣਾ 100 ਤੇ ਚੌਧਰ ਭਾਲਦੇ ਹੋਣੇ ਵੀ ਲੱਖ ਨਾਲ ਦੀ ਮੈਨੂੰ ਮਿਲ ਜਾਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਜੇ ਤੁਸੀਂ ਐਤਕੀ ਸਟੇਜ ਤੇ ਨਾ ਬੋਲਿਆ ਜਾਂ ਸਰੋਪਾ ਨਾ ਦਿੱਤਾ, ਆਉਂਦੇ ਸਾਲ ਨੂੰ ਤੁਹਾਡੀ ਬੁਰਾਈ ਕੈਂਸਲ। ਨਾ ਇਹ ਸਾਰੇ ਹੀ ਗੁਰਦੁਆਰਿਆਂ ਵਿੱਚ ਮੰਦਰ ਹਰ ਥਾਂ ਹੀ ਹੈ, ਬੰਦਾ ਚੌਧਰ ਭਾਲਦਾ, ਹੋਰ ਕੁਛ ਨਹੀਂ। ਅੱਛਾ ਜੀ ਮਹਾਰਾਜ ਪੁੱਛਦੇ ਆ, ਆਪਾਂ ਸਮਾਪਤੀ ਕਰੀਏ। ਕਹਿੰਦੇ ਕੀ ਦੇ ਕੇ ਆਇਆ? ਕਹਿੰਦਾ ਮਹਾਰਾਜ ਕੁਛ ਨਹੀਂ ਦੇ ਕੇ ਆਇਆ। ਮਹਾਰਾਜ ਕਹਿੰਦੇ ਨਹੀਂ ਕੋਈ ਭੇਟਾ ਤਾਂ ਲਈ ਹੋਏਗੀ ਉਹਨੇ ਤੇਰੇ ਕੋਲੋਂ, ਫਰੀ ਤਾਂ ਨਹੀਂ ਦੇਤਾ ਤੈਨੂੰ? ਨਹੀਂ ਸੱਚੇ ਪਾਤਸ਼ਾਹ ਜੋ ਤੁਸੀਂ ਮੈਨੂੰ ਬਖਸ਼ਿਸ਼ ਕੀਤਾ ਸੀ, ਤੁਹਾਡੀਆਂ ਬਖਸ਼ੀਆਂ ਦਾਤਾਂ ਵਿੱਚੋਂ ਦੇ ਕੇ ਲੈ ਕੇ ਆਏ। ਲੁਕੋ ਲਿਆ। ਯਾਦ ਰੱਖਿਓ, ਜਿਹੜਾ ਦਾਣਾ ਧਰਤੀ 'ਚ ਲੁਕਿਆ ਹੋਏਗਾ ਉਗਦਾ ਉਹ ਹੁੰਦਾ, ਜਿਹੜਾ ਨੰਗਾ ਪਿਆ ਰਹਿ ਜਾਏ ਉਹਨੂੰ ਕਾਵਾਂ ਚਿੜੀਆਂ ਚੁਗਦੀਆਂ ਹੁੰਦੀਆਂ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੰਨਾ ਤੁਸੀਂ ਦਾਨ ਕਰਦੇ ਹੋ, ਹਰ ਸਾਲ ਇੱਥੇ ਅਖੰਡ ਪਾਠ ਕਰਾਉਂਦੇ ਹੋ, ਸੁਖਮਨੀ ਸਾਹਿਬ ਜਥਾ ਕੁਛ ਵੀ ਕਰਦੇ ਹੋ ਜੀ, ਜਦੋਂ ਲੁਕੋ ਦਿਓਗੇ ਨਾ ਮਿੱਟੀ ਪਾ ਕੇ ਉਹ ਉੱਗੇਗਾ। ਤੇ ਜਦੋਂ ਮੈਕ ਫੜ ਕੇ ਨਾ ਬੋਲਤਾ, ਗਲ 'ਚ ਪਾ ਲਿਆ ਸਰੋਪਾ, ਉਹਦਾ ਕੋਈ ਫਾਇਦਾ ਨਹੀਂ। ਦਾਨ ਹਮੇਸ਼ਾ ਲੁਕੋ ਕੇ ਕਰੀਦਾ। ਵਿਚਾਰਾਂ ਬਹੁਤ ਲੰਮੀਆਂ ਚੱਲ ਜਾਂਦੀਆਂ, ਆਪਾਂ ਮੁੜ ਗਏ, ਥੋੜ੍ਹਾ ਜਿਹਾ ਕੰਟਰੋਲ ਕਰੀਏ। ਹੁਣ ਤੀਜੀ ਵਾਰੀ ਸੱਚੇ ਪਾਤਸ਼ਾਹ ਨੇ ਫੇਰ ਪੁੱਛ ਲਿਆ। ਮਹਾਰਾਜ ਕਹਿੰਦੇ ਹਰਪਾਲ ਕੀ ਦੇ ਕੇ ਲੈ ਕੇ ਆਇਆ, ਸੱਚੋ ਸੱਚ ਦੱਸ। ਇਹ ਕਹਿੰਦਾ ਮਹਾਰਾਜ ਮੈਂ ਕੁਛ ਨਹੀਂ ਦੇ ਕੇ ਆਇਆ। ਉਹ ਵਪਾਰੀ ਦੇ ਘਰ ਵਾਲੀ ਉੱਠ ਕੇ ਖੜੀ ਹੋ ਗਈ ਸਾਰੀ ਸੰਗਤ ਦੇ ਵਿੱਚ, ਹੱਥ ਜੋੜ ਕੇ ਕਹਿੰਦੀ ਸੱਚੇ ਪਾਤਸ਼ਾਹ ਭਾਈ ਹਰਪਾਲ ਇਹ ਤੋਤੇ ਦੇ ਵੱਡੇ ਮੇਰੇ ਘਰ ਵਾਲੇ ਦੇ ਕੋਲ ਆਪਣੀ ਭੈਣ ਤੇ ਆਪਣੀ ਧੀ ਗਹਿਣੇ ਰੱਖ ਕੇ ਲੈ ਕੇ ਆਇਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਡੇ ਕੋਲ ਹੋ ਗਈ ਗਲਤੀ, ਸਾਨੂੰ ਕਰ ਦਿਓ ਮਾਫ। ਮਹਾਰਾਜ ਨੇ ਭੇਟਾ ਬਹੁਤ ਤਕੜੀ ਤਾਰੀ ਹੈ। ਤੇ ਮਹਾਰਾਜ ਭਾਈ ਹਰਪਾਲ ਵੱਲ ਦੇਖ ਕੇ ਹੱਸ ਪਏ, ਕਹਿੰਦੇ ਹਰਪਾਲ ਸੱਚ ਹੈ, ਸੱਚਮੁੱਚ ਇਦਾਂ ਕਰਕੇ ਆਇਆ ਹੈ? ਮਹਾਰਾਜ ਮੈਂ ਨਹੀਂ ਕੁਛ ਕੀਤਾ, ਜੋ ਕਰਾਇਆ ਤੁਸੀਂ ਕਰਾਇਆ। ਜਿਉਂ ਆਪ ਚਲਾਵੇ ਤਿਉਂ ਚੱਲੇ। ਜਿਵੇਂ ਤੁਸੀਂ ਰੱਖਿਆ ਉਵੇਂ ਮੈਂ ਰਿਹਾ, ਜਿਵੇਂ ਤੁਸੀਂ ਦਾਨ ਕਰਵਾਇਆ ਉਵੇਂ ਮੈਂ ਕਰ ਲਿਆ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਇੰਨੇ ਖੁਸ਼ ਹੋਏ
ਸਾਰੀ ਸੰਗਤ ਦੇ ਵਿੱਚ ਮਹਾਰਾਜ ਨੇ ਭਾਈ ਹਰਪਾਲ ਨੂੰ ਛਾਤੀ ਨਾਲ ਲਾ ਲਿਆ, ਖੜੇ ਹੋ ਕੇ ਉੱਠ ਕੇ ਤਖਤ ਤੋਂ, ਨਾਲੇ ਛਾਤੀ ਨਾਲ ਲਾਇਆ, ਨਾਲੇ ਕਹਿੰਦੇ ਭਾਈ ਹਰਪਾਲ ਨਿਹਾਲ ਨਿਹਾਲ ਨਿਹਾਲ, ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਸਾਰੀਆਂ ਖੁਸ਼ੀਆਂ ਤੈਨੂੰ ਦਿੱਤੀਆਂ, ਜੋ ਮੰਗੇਗਾ ਤੈਨੂੰ ਮਿਲੇਗਾ। ਇਸ ਤਰੀਕੇ ਨਾਲ ਭਾਈ ਹਰਪਾਲ ਨੇ ਗੁਰੂ ਸਾਹਿਬ ਜੀ ਦੀ ਖੁਸ਼ੀ ਲਈ। ਅੱਛਾ, ਜੇ ਉਹ ਪਾਉਂਦਾ ਰੌਲਾ ਆ ਕੇ ਪਹਿਲਾਂ ਹੀ ਵੀ ਮੈਂ ਆਹ ਕੰਮ ਕਰਕੇ ਆਇਆ, ਤੇ ਮਹਾਰਾਜ ਨੇ ਕਦੇ ਛਾਤੀ ਨਾਲ ਨਹੀਂ ਸੀ ਲਾਉਣਾ, ਗਲ ਨਾਲ ਨਹੀਂ ਸੀ ਲਾਉਣਾ। ਇੱਥੇ ਮਹਾਰਾਜ ਦਾ ਬਚਨ ਹੈ, ਇੱਥੇ ਉਹਨੂੰ ਸਤਿਕਾਰ ਮਿਲਦਾ ਹੈ। ਆਪਸ ਕਹੋ ਜੋ ਜਾਣੇ ਨੀਚਾ, ਸੋ ਗੰਢੀਆਂ ਸਭ ਤੇ ਉੱਚਾ। ਜਿਹੜਾ ਇਸ ਘਰ ਦੇ ਵਿੱਚ ਆ ਕੇ ਨੀਵਾਂ ਹੋ ਕੇ ਆਏਗਾ, ਕੁਛ ਬਣੇਗਾ ਨਹੀਂ, ਉਹਨੂੰ ਦਾਤਾਂ ਮਿਲਣਗੀਆਂ। ਜਿਹੜੇ ਆਕੜ ਕੇ ਆਉਣਗੇ, ਜਿਹੋ ਜਿਹੇ ਆਏ ਤੇ ਜਿਹੋ ਜਿਹੇ ਨਾ ਆਏ। ਅਰਦਾਸ ਹੋਣੀ, ਹੁਣ ਬਾਬਾ ਜੀ ਨੇ ਅਰਦਾਸ ਕਰਨੀ ਆ। ਇੱਕ ਸ਼ਬਦ ਆਪਾਂ ਆਮ ਹੀ ਸੁਣਦੇ ਆ, ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ। ਸੌਖਾ ਜਿਹਾ ਕੰਮ ਹੈ। ਜੇ ਕੁਛ ਲੈਣਾ ਹੈ ਤਾਂ ਨੀਵੇਂ ਹੋ ਕੇ ਆ ਜਾਓ, ਨਹੀਂ ਲੈਣਾ ਹੈ ਤਾਂ ਫਿਰ ਤੁਰੇ ਫਿਰੋ। ਆਖਰੀ ਬੇਨਤੀ ਕਰਕੇ ਮੈਂ ਸਮਾਪਤੀ ਕਰਾਂ। ਮੈਂ ਬਹੁਤ ਥਾਵਾਂ ਤੇ ਗੱਲ ਕਹੀ ਹੈ ਵੀ ਜੇ ਤੂੰ MLA ਹੋਏਗਾ, ਆਪਣੇ ਇਲਾਕੇ 'ਚ ਹੋਏਗਾ, ਸਰਪੰਚ ਹੋਏਗਾ, ਆਪਦੇ ਪਿੰਡ ਦਾ ਹੋਏਗਾ, ਸੰਤ ਹੋਏਗਾ, ਆਪਣੇ ਡੇਰੇ ਦਾ ਹੋਏਗਾ, ਮੁੱਖ ਮੰਤਰੀ ਹੋਏਗਾ, ਆਪਣੀ ਸਟੇਟ ਦਾ ਹੋਏਗਾ, ਜਦੋਂ ਇਸ ਘਰ ਵਿੱਚ ਆ ਗਿਆ ਕੱਖ ਨਹੀਂ, ਇੱਥੇ ਗੁਰੂ ਦਾ ਸਿੱਖ ਹੈ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਇੱਥੇ ਆਪਣੀਆਂ ਪਦਵੀਆਂ, ਆਪਣੇ ਅਹੁਦੇ ਬਾਹਰ ਛੱਡ ਆਇਆ ਕਰੋ। ਇੱਥੇ ਕੁਝ ਬਣ ਕੇ ਨਹੀਂ ਆਈਦਾ। ਜਦੋਂ ਦਾਤ ਲੈਣੀ ਹੋਵੇ ਨਾ ਜੀ, ਉਦੋਂ ਫਿਰ ਨੀਵੇਂ ਹੋ ਕੇ ਆਈਦਾ। ਲਓ ਪੜ੍ਹਿਓ, ਫਿਰ ਸਮਾਪਤੀ ਕਰੀਏ ਆਪਾਂ ਹੁਣ। ਦਾਤ ਕਿਸ ਨੂੰ ਮਿਲਦੀ ਹੈ ਜੀ? ਨੀਵੇਂ ਪਾਉਣ ਮੁਰਾਦਾਂ ਉੱਚੀਆਂ, ਆਕੜ ਵਾਲੇ ਕਹਿੰਦੇ ਨੇ। ਨੀਵੇਂ ਪਾਉਣ ਮੁਰਾਦਾਂ ਉੱਚੀਆਂ, ਆਕੜ ਵਾਲੇ ਕਹਿੰਦੇ ਨੇ। ਨੀਵੇਂ ਪਾਉਣ ਮੁਰਾਦਾਂ ਉੱਚੀਆਂ, ਆਕੜ ਵਾਲੇ ਕਹਿੰਦੇ ਨੇ। ਨੀਵੇਂ ਪਾਉਣ ਮੁਰਾਦਾਂ ਉੱਚੀਆਂ, ਆਕੜ ਵਾਲੇ ਕਹਿੰਦੇ। ਨੀਵੇਂ ਪਾਉਣ ਮੁਰਾਦਾਂ ਉੱਚੀਆਂ, ਆਕੜ ਵਾਲੇ ਕਹਿੰਦੇ ਨੇ। ਨੀਵੇਂ ਪਾਉਣ ਮੁਰਾਦਾਂ ਉੱਚੀਆਂ, ਆਕੜ ਵਾਲੇ ਕਹਿੰਦੇ ਨੇ। ਨੀਵੇਂ ਥਾਂ ਤੇ ਜਲ ਥਲ ਹੋ ਜਾਏ, ਟਿੰਬੇ ਸੁੱਕੇ ਰਹਿੰਦੇ। ਨੀਵੇਂ ਥਾਂ ਤੇ ਜਲ ਥਲ ਹੋ ਜਾਏ, ਟਿੰਬੇ ਸੁੱਕੇ ਰਹਿੰਦੇ ਨੇ। ਨੀਵੇਂ ਥਾਂ ਤੇ ਜਲ ਥਲ ਹੋ ਜਾਏ, ਟਿੰਬੇ ਸੁੱਕੇ ਰਹਿੰਦੇ ਨੇ। ਨੀਵੇਂ ਥਾਂ ਤੇ ਜਲ ਥਲ ਹੋ ਜਾਏ, ਟਿੰਬੇ ਸੁੱਕੇ ਰਹਿੰਦੇ ਨੇ। ਨੀਵੇਂ ਥਾਂ ਤੇ ਜਲ ਥਲ ਹੋ ਜਾਏ, ਟਿੰਬੇ ਸੁੱਕੇ ਰਹਿੰਦੇ ਨੇ। ਨੀਵੇਂ ਥਾਂ ਤੇ ਜਲ ਥਲ ਹੋ ਜਾਏ, ਟਿੰਬੇ ਸੁੱਕੇ ਰਹਿੰਦੇ ਨੇ। ਜੀ ਨੀਵੇਂ ਪਾਉਣ ਮੁਰਾਦਾਂ, ਨੀਵੇਂ ਪਾਉਣ ਮੁਰਾਦਾਂ ਉੱਚੀਆਂ, ਪਾਉਣ ਮੁਰਾਦਾਂ ਉੱਚੀਆਂ, ਨੀਵੇਂ ਪਾਉਣ ਮੁਰਾਦਾਂ, ਪਾਉਣ ਮੁਰਾਦਾਂ ਉੱਚੀਆਂ, ਨੀਵੇਂ ਪਾਉਣ ਮੁਰਾਦਾਂ ਉੱਚੀਆਂ। ਆਕੜ ਵਾਲੇ ਕਹਿੰਦੇ ਨੇ, ਆਕੜ ਵਾਲੇ ਕਹਿੰਦੇ ਨੇ। ਵਾਲੇ ਕਹਿੰਦੇ ਨੇ, ਆਕੜ ਵਾਲੇ ਕਹਿੰਦੇ ਨੇ। ਵਾਲੇ ਕਹਿੰਦੇ ਨੇ ਜੀ, ਆਕੜ ਵਾਲੇ ਕਹਿੰਦੇ ਨੇ। ਨੀਵੇਂ ਪਾਉਣ ਮੁਰਾਦਾਂ ਉੱਚੀਆਂ, ਆਕੜ ਵਾਲੇ। ਨੀਵੇਂ ਪਾਉਣ ਮੁਰਾਦਾਂ ਉੱਚੀਆਂ, ਆਕੜ ਵਾਲੇ ਕਹਿੰਦੇ ਨੇ। ਨੀਵੇਂ ਪਾਉਣ ਮੁਰਾਦਾਂ ਉੱਚੀਆਂ, ਆਕੜ ਵਾਲੇ ਕਹਿੰਦੇ ਨੇ। ਨੀਵੇਂ ਪਾਉਣ ਮੁਰਾਦਾਂ ਉੱਚੀਆਂ, ਆਕੜ ਵਾਲੇ ਕਹਿੰਦੇ ਨੇ। ਪਾਉਣ ਮੁਰਾਦਾਂ ਉੱਚੀਆਂ, ਆਕੜ ਵਾਲੇ ਕਹਿੰਦੇ ਨੇ। ਨੀਵੇਂ ਪਾਉਣ ਮੁਰਾਦਾਂ ਉੱਚੀਆਂ, ਆਕੜ ਵਾਲੇ ਕਹਿੰਦੇ ਨੇ। ਆਪ ਸਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੋਂ ਉੱਚਾ। ਆਓ ਇੰਨੀ ਸੇਵਾ ਕਰਿਓ ਪ੍ਰਵਾਨ। ਬੋਲਦਿਆਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਅਰਦਾਸ ਕਰਿਓ ਸੱਚੇ ਪਾਤਸ਼ਾਹ ਜੀ ਅੱਗੇ ਤੋਂ ਸੰਗਤ ਵਿੱਚ ਬਹਿ ਕੇ ਬੋਲਣ ਦਾ ਜੱਜ ਬਖਸ਼ ਦੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇਸ ਗੱਲ ਦੀ ਵਧਾਈ ਹੈ ਮੇਰੇ ਵੱਲੋਂ। ਜਦੋਂ ਮੈਨੂੰ ਕੱਲ੍ਹ ਸਿੰਘ ਨੇ ਕਿਹਾ ਨਾ ਵੀ ਉੱਥੇ ਦੀਵਾਨ ਲਾਉਣਾ ਹੈ, ਮੈਂ ਕਿਹਾ ਸੰਗਤ ਕਿੱਦਾਂ ਹੈ? ਕਹਿੰਦਾ ਜੀ ਬਹੁਤਾ ਜ਼ਿਆਦਾ ਨਹੀਂ ਟਿਕਾ ਹੁੰਦਾ, ਚਲੋ ਹਲਚਲ ਹੁੰਦੀ ਰਹਿੰਦੀ, ਬੱਸ ਅੱਡਾ ਹੈ ਪਤਾ ਹੀ ਆਪਾਂ ਨੂੰ। ਤੇ ਮੈਂ ਸੋਚਾਂ ਵੀ ਹੁਣ ਮੰਨ ਤਾਂ ਲਿਆ, ਪਤਾ ਨਹੀਂ ਕਿੱਦਾਂ ਟਾਈਮ ਪਾਸ ਹੋ।
ਪਰ ਬੜੀ ਖੁਸ਼ੀ ਹੈ, ਦਿਲੋਂ ਕਹਿ ਰਿਹਾ ਮੈਂ, ਸੱਚਮੁੱਚ ਬਹੁਤ ਵਧੀਆ ਉਪਰਾਲਾ ਤੁਹਾਡਾ। ਜਿੰਨੇ ਬੈਠੇ ਹੋ ਟਿੱਕੇ ਬੈਠੋ, ਇੰਨੇ ਹੀ ਬਹੁਤ। ਮਹਾਰਾਜ ਤੁਹਾਡਾ ਸਮਾਗਮ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰਨ। ਵੱਧ ਤੋਂ ਵੱਧ ਤੁਸੀਂ ਗੁਰੂ ਸਾਹਿਬ ਦੀ ਸੇਵਾ ਇੱਦਾਂ ਕਰਦੇ ਰਹੋ। ਤੁਹਾਡੇ ਕਾਰੋਬਾਰਾਂ ਵਿੱਚ ਮਹਾਰਾਜ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰ ਲਈ। ਆਓ ਆਨੰਦ ਸਾਹਿਬ ਜੀ ਦਾ ਜਾਪ, ਉਪਰੰਤ ਅਰਦਾਸ ਹੋਏਗੀ। ਫਿਰ ਸਾਰੀ ਸੰਗਤ ਨੇ ਜੋ ਜਲ ਪਾਣੀ ਛਕ ਕੇ ਦੇਗ ਲੈ ਕੇ ਫਿਰ ਆਪੋ ਆਪਣੇ ਕਾਰਾਂ ਵਿਹਾਰਾਂ ਵੱਲ ਜਾਣਾ ਜੀ। ਸੱਚੇ ਪਾਤਸ਼ਾਹ ਮਹਾਰਾਜ ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਦਾ ਭਲਾ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ।